ਸੋ ਸਾਨੂੰ ਇਹਦੇ ਵਿੱਚ ਆ ਕਿ ਸਾਡੇ ਕੋਲ ਕੋਵਾ ਨਹੀਂ ਗਾ, ਸਾਨੂੰ ਜੋ ਮਰਜ਼ੀ ਪੁੱਛ ਲਓ। ਪਹਿਲਾਂ ਵੀ ਰੇਟ ਹੋ ਹਟਿਆ, ਕੀ ਗਵਾਇਆ ਤੁਹਾਡਾ, ਅਸੀਂ ਕੀ ਖਰਾਬ ਕੀਤਾ ਤੁਹਾਡਾ, ਜਾਂ ਕੋਈ ਇਹੋ ਜਿਹੀ ਸਾਡੀ ਐਕਟੀਵਿਟੀ ਵੀ ਤੁਹਾਨੂੰ ਲੱਗੀ ਹੋਵੇ ਕਿ ਅਸੀਂ ਕੋਈ ਐਂਟੀ ਨੈਸ਼ਨਲ ਕੰਮ ਕਰ ਰਹੇ ਹਾਂ ਜਾਂ ਐਂਟੀ ਰਿਲੀਜਨ ਕੋਈ ਕੰਮ ਕਰ ਰਹੇ ਹਾਂ, ਤੇ ਅਸੀਂ ਜਵਾਬਦੇਹੀ ਹਾਂ ਉਸ ਚੀਜ਼ ਦੇ। ਜਿਹੜੇ ਲੋਕ ਇੱਕ ਪਾਸੇ ਦਰਿਆਵਾਂ ਦੇ ਮੂੰਹ ਮੋੜ ਰਹੇ ਸੀ ਤੇ ਦੂਜੇ ਪਾਸੇ ਇਹ ਲੋਕ ਜਿਹੜੇ ਆ ਉਹਨਾਂ ਦੀ ਮਾਲੀ ਤੌਰ ਤੇ ਰਸਦ ਦੇ ਤੌਰ ਤੇ ਇਮਦਾਦ ਲਈ ਪਹੁੰਚ ਰਹੇ ਸੀ। ਹਲੇ ਪੰਜਾਬ 'ਚੋਂ ਪਾਣੀ ਉਤਰਿਆ ਨਹੀਂ ਕਿ NIA ਚੜ੍ਹ ਕੇ ਆ ਗਈ। ਆਖਰ ਇਹਦਾ ਮਤਲਬ ਕੀ ਹੈ? NIA ਦੀ ਟੀਮ ਦਾ ਕੰਮ ਹੁੰਦਾ, ਦੇਖੋ ਇੱਕ ਹਰ ਚੀਜ਼ ਨੂੰ ਇੱਕ ਧਰਮ ਨਾਲ ਜੋੜ ਕੇ ਬਾਹਰ ਲੈ ਕੇ ਆਣਾ ਨਾ, ਇਹ ਨੈਰੇਟਿਵ ਇੱਕ ਸੈੱਟ ਕੀਤਾ ਜਾ ਰਿਹਾ। ਜਦੋਂ ਟਾਈਟਲਰ ਹੁਣ ਪਿਛਲੇ ਹਫਤੇ ਜਦੋਂ ਗੱਲ ਹੋਈ ਹੈ, ਸਜ਼ਾ ਦੀ ਗੱਲ ਹੋਈ ਹੈ, ਉਦੋਂ ਇਹਨਾਂ ਨੂੰ ਦੇਖਿਆ ਨਹੀਂ ਵੀ ਕਿਹੜੀਆਂ ਤੱਤੀਆਂ ਹਵਾਵਾਂ ਚੱਲੀਆਂ ਸੀ, ਉੱਤੇ ਬਿਆਨ ਕਿਉਂ ਨਹੀਂ ਦਿੱਤਾ ਜਾਂਦਾ। ਹੁਣ ਇਹਦੇ ਪਿੱਛੇ ਕਾਰਨ ਕੀ ਹੈ ਤਾਂ NIA ਦੱਸ ਸਕਦੀ ਨਾ। ਮੈਂ NIA ਦਾ ਹਿੱਸਾ ਤਾਂ ਨਹੀਂ ਹੈਗਾ ਨਾ, ਮੈਂ ਤਾਂ ਇੱਕ ਪਾਰਟੀ ਦਾ ਹਿੱਸਾ। ਅਸੀਂ ਤਾਂ ਕਹਿ ਰਹੇ ਵੀ ਅਸੀਂ ਗੱਲ ਦੇ ਉਹਨਾਂ ਦੇ ਨਾਲ ਖੜੇ ਆ। ਜੀ ਅਡਾਨੀ ਜੀ ਤੇ ਵਾਜਪਾਈ ਜੀ ਨੇ ਪਾਰਲੀਮੈਂਟ 'ਚ ਕਿਹਾ ਸੀ ਵੀ ਅਸੀਂ ਬਹੁਤ ਇੰਨਾ ਪ੍ਰੈਸ਼ਰ ਪਾਇਆ, ਮਜਬੂਰ ਕੀਤਾ ਆਹ 84 ਕਰਨ ਦੇ ਲਈ। ਤੁਸੀਂ ਕਿਹਾ ਪਾਰਲੀਮੈਂਟ 'ਚ, ਮੈਂ ਚੈਲੰਜ ਕਰਦਾ, ਤੁਸੀਂ ਲਿਆ ਕੇ ਦਿਖਾਓ। ਮੈਂ ਚੈਲੰਜ ਕਰਦਾ ਤੁਹਾਨੂੰ, ਜਾਓ ਚੈਲੰਜ ਕਰਦਾ। 71 ਦੇ ਜੰਗ ਦੇ ਵਾਸਤੇ ਕਿਹਾ ਸੀ, ਤੁਹਾਨੂੰ ਪਤਾ ਹੀ ਨਹੀਂਗਾ। ਤੁਸੀਂ ਪੜ੍ਹ ਕੇ ਲੈ ਕੇ ਆਓ, ਪੜ੍ਹ ਲੈ ਕੇ ਆਓ। ਗਲਤ ਜਿਹੜੀ ਟੋਟਲ ਪੰਜਾਬ ਜਿਹੜੀ ਸਾਡੇ ਦੇਸ਼ ਦੀ ਸਿਆਸਤ ਹੈ ਉਹ ਜਿਸ ਦਿਸ਼ਾ ਵੱਲ ਨੂੰ ਗਈ ਹੈ ਪਿਛਲੇ 30-40 ਸਾਲ ਤੋਂ ਜੋ ਹੋ ਰਿਹਾ ਉਹ ਸਾਡੇ ਸਾਹਮਣੇ ਆ। ਉਹਦਾ ਜਿਹੜਾ ਵੀ ਕਾਂਗਰਸ ਨੇ ਬੀਜਿਆ ਸੀ ਉਹ ਦਰਖਤ ਮੋਦੀ ਸਾਹਿਬ ਨੇ ਬਣਾਇਆ। ਉਹਦਾ ਜੇ ਖਾਲਸਾ ਏਡ ਆ ਕੇ ਹੋਰ NGOs ਆ ਕੇ ਆਪਣਾ ਹੈਲਪ ਕਰ ਰਹੀਆਂ ਨੇ, ਕੰਮ ਕਰ ਰਹੀਆਂ ਨੇ, ਤੇ ਆਪਾਂ ਉਹਨਾਂ ਨੂੰ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਵੱਲੋਂ ਛਾਪਾਮਾਰੀ ਕਰਵਾ ਰਹੇ ਆ ਕਿ ਉਹ ਕੋਈ ਟੈਰਰਿਸਟ ਆਰਗੇਨਾਈਜੇਸ਼ਨ ਹੈ। ਗੋਸ਼ਾ ਜੀ ਤੁਹਾਡੇ ਪ੍ਰਧਾਨ ਨੇ ਵੀ ਨਿੰਦਾ ਕੀਤੀ ਹੈ ਔਰ ਤੁਸੀਂ ਹੋਰ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਕਹਿੰਦੇ ਹੋ ਅਸੀਂ ਸੈਂਟਰ 'ਚ ਜਾਵਾਂਗੇ। ਤੁਹਾਡੀ ਪੁੱਛ-ਗਿੱਛ ਦਾ ਇੱਕ ਪੈਸਾ ਹੈ ਨਹੀਂ ਗੀ ਤੇ ਤੁਸੀਂ ਗੱਲਾਂ ਇੱਥੇ ਆ ਕੇ ਵੱਡੀਆਂ ਫੜਾ ਮਾਰਨ ਲੱਗ ਜੰਨੇ ਹੋ। ਜਿਹੜੇ ਸੰਸਥਾ ਕੁਝ ਕਰ ਰਹੀ ਹੈਗੀ ਆ, ਜਦੋਂ ਪੰਜਾਬ ਦੇ ਵਿੱਚ ਪੰਜਾਬ ਦਾ ਇੱਕ ਅਜਾੜਾ ਹੋ ਰਿਹਾ ਲਗਾਤਾਰ, ਵੱਡੀ ਗਿਣਤੀ ਦੇ ਵਿੱਚ ਪੰਜਾਬ ਤੋਂ ਪ੍ਰਵਾਸ ਬਾਹਰ ਜਾ ਰਿਹਾ, ਪੈਸਾ ਪੰਜਾਬ 'ਚ ਕਦੀ ਜਿਹੜਾ ਆਉਂਦਾ ਸੀਗਾ ਪੰਜਾਬ ਦੀ ਡਿਵੈਲਪਮੈਂਟ ਜਾਂ ਹਿੱਸਾ ਪਾਉਂਦਾ ਸੀ ਬਾਹਰੋਂ, ਉਹ ਇਸ ਟਾਈਮ ਬੰਦ ਹੋ ਚੁੱਕਿਆ। ਪੰਜਾਬ ਦਾ ਪੈਸਾ, ਪੰਜਾਬ ਦੀ ਜਵਾਨੀ, ਪੰਜਾਬ ਦਾ ਬ੍ਰੇਨ ਡਰੇਨ ਹੋ ਰਿਹਾ। ਉਸ ਹਾਲਾਤਾਂ ਦੇ ਵਿੱਚ ਖਾਲਸਾ ਏਡ ਰਾਹੀਂ ਜੇ ਕੋਈ ਪੈਸਾ ਪੰਜਾਬ 'ਚ ਆ ਕੇ ਇਨਵੈਸਟ ਹੋ ਰਿਹਾ ਹੈ ਤਾਂ ਉਹ ਪੰਜਾਬ ਵੀ ਇਹ ਦੇਸ਼ ਦਾ ਹਿੱਸਾ ਆ। ਮਤਲਬ ਅਸੀਂ ਨਿੰਦਾ ਕਰਤੀ, ਅਸੀਂ ਮੁਆਫੀ ਮੰਗ ਲਈ। ਉਹ ਅੱਲੇ ਜ਼ਖਮਾਂ ਦਾ ਜਿਹੜੇ ਕਿ 47 ਦੇ ਉਚੜੇ ਆ, 84 ਦੇ ਉਚੜੇ ਆ, 66 ਦੇ ਉਚੜੇ ਆ, 71 ਦੇ ਉਚੜੇ ਆ, ਸਿਰਫ ਮੁਆਫੀ ਦੀ ਮਰਹਮ ਕਾਫੀ ਹੈ। ਕੋਈ ਐਕਸ਼ਨ, ਕੋਈ ਫਰਦਰ ਕੁਝ ਹੋਇਆ ਹੀ ਨਹੀਂਗਾ। ED, NIA, CBI ਤੁਹਾਡੇ ਹੱਥਾਂ ਦੀ ਕਠਪੁਤਲੀ ਹੈ। NIA ਨੇ ਜੇ ਖਾਲਸਾ ਏਡ ਵਧੀਆ ਕੰਮ ਕਰ ਰਹੀ ਸੀਗੀ ਤੇ ਫਿਰ NIA ਨੇ ਰੇਡ ਕਿਉਂ ਕੀਤੀ? ਗੋਸ਼ਾ ਜੀ ਗੱਲ ਇਹ ਹੈ ਕਿ ਜਿਵੇਂ ਤੁਸੀਂ ਜ਼ਿਕਰ ਛੇੜਿਆ ਸੀਗਾ, ਜਿਹੜਾ ਕਿ ਸਵਾਲ ਮੈਂ ਖੁਸ਼ਹਾਲ ਜੀ ਕੋਲੇ ਪੁੱਛਿਆ ਵੀ ਇਸ ਨੂੰ ਧਾਰਮਿਕ ਰੰਗਤ ਨਾ ਦਿੱਤੀ ਜਾਵੇ। ਮੇਰੇ ਖਿਆਲ ਦੇ ਨਾਲ ਧਾਰਮਿਕ ਰੰਗਤ ਕਿਸੇ ਨੇ ਨਹੀਂ ਦਿੱਤੀ, ਪਰ ਤੁਹਾਨੂੰ ਇਸ ਤਰੀਕੇ ਦੀ ਸਮੈਲ ਕਿਉਂ ਆਈ? ਇਹ ਕਹਿੰਦੇ ਵੀ ਪਿਛਲੀਆਂ ਚੀਜ਼ਾਂ ਭੁੱਲ ਜਾਓ। ਅਸੀਂ ਮੁਗਲਾਂ ਨੂੰ ਨਹੀਂ ਭੁੱਲ ਸਕਦੇ, ਅਸੀਂ 47 ਦੇ ਦੁਸ਼ਮਣਾਂ ਨੂੰ ਭੁੱਲ ਸਕਦੇ ਆ, ਤੇ ਨਾ ਹੀ ਇਹ 84 ਦੇ ਭੁੱਲਣ ਵਾਲੀ ਚੀਜ਼ ਨਹੀਂ ਹੁੰਦੀ। ਇਹ ਕਹਿਣਾ ਬੜਾ ਸੌਖਾ ਹੁੰਦਾ। ਇੱਕ ਖਾਲਸਾ ਏਡ ਦੇ ਮਾਮਲੇ ਤੇ ਸਾਰੀਆਂ ਪਾਰਟੀਆਂ ਇਕੱਠੀਆਂ ਸਟੈਂਡ ਕਰਦੀਆਂ ਵੀ ਬਿਲਕੁਲ ਖਾਲਸਾ ਏਡ ਸਹੀ ਕੰਮ ਕਰ ਰਹੀ ਹੈ, ਪਰ ਬਾਕੀ ਤਾਂ ਜਾਂਚ ਦੇ ਵਿੱਚ ਹੁੰਦਾ ਹੀ ਹੈ। ਮੁਆਫੀ ਮੰਗਣ ਤੋਂ ਬਾਅਦ ਵੀ ਜਿਹੜੇ ਬਾਕੀ ਜਿਹੜੇ ਮੁਲਜ਼ਮ ਨੇ, ਪਾਰਟੀ ਉਹਨਾਂ ਨੂੰ ਮਾਣ ਸਨਮਾਨ ਵੀ ਪੈਰਲਲ ਨਾਲ ਉਨਾ ਹੀ ਦਿੰਦੀ ਹੈ। ਮੁੜ ਤੇ ਉਹਨਾਂ ਨੂੰ ਕਮੇਟੀਆਂ ਦੇ ਵਿੱਚ ਲੈਂਦੀ ਹੈ, ਉਹਨਾਂ ਨੂੰ ਪਾਵਰ ਦੇ ਵਿੱਚ ਰੱਖਦੀ ਹੈ ਕਾਂਗਰਸ। ਜਿਹੜੇ ਆਮ ਆਦਮੀ ਪਾਰਟੀ ਵਾਲੇ ਬੰਦੇ ਦੇ ਧੱਕਾ ਹੋ ਰਿਹਾ, ਫਿਰ ਉਹਨਾਂ ਲਈ ਤੁਸੀਂ ਖੜੋਗੇ, ਉਹਨਾਂ ਲਈ ਹਾਂ ਦਾ ਨਾਰਾ ਮਾਰੋਗੇ? ਜੇ ਕਿਸੇ ਆਮ ਆਦਮੀ ਪਾਰਟੀ ਦਾ ਧੱਕਾ ਖੜਦਾ, ਕੇਜਰੀਵਾਲ ਸਾਹਿਬ ਕਹਿ ਰਹੇ ਨੇ ਨਾ ਮਨੀਸ਼ ਸਿਸੋਦੀਆ ਜੀ ਨਾਲ ਧੱਕਾ ਹੋ ਰਿਹਾ ਹੈ, ਮੈਂ ਕਿਹਾ ਉਹਨਾਂ ਦੇ ਨਾਲ ਖੜੇ ਹੋਵੋਗੇ? ਪਿਆਸ ਦੀ ਸ਼ਿੱਦਤ ਪਿਆਸੇ ਨੂੰ ਇਉਂ ਪਾਣੀ ਦਾ ਵਰ ਦਿੰਦੀ ਹੈ, ਪਰਬਤ ਸੁੱਕੇ ਰਹਿ ਜਾਂਦੇ ਨੇ ਪਰ ਝੀਲਾਂ ਭਰ ਦਿੰਦੀ ਹੈ। ਮਿੱਟੀ ਪਾਣੀ ਇੱਕ ਦੂਜੇ ਵਿੱਚ ਵੀ ਨਿਰਮਲ ਰਹਿ ਸਕਦੇ ਨੇ, ਬਸ ਆਪਸ ਦੀ ਜ਼ਿੱਦ ਹੀ ਦੋਹਾਂ ਨੂੰ ਚਿੱਕੜ ਬਣਾ ਦਿੰਦੀ ਹੈ। ਆਪਣੀ ਪੀੜ ਪਰਾਏ ਹਾਸੇ ਸਭ ਨੂੰ ਵੱਡੇ ਲੱਗਦੇ ਨੇ, ਕੁਦਰਤ ਐ ਪਰ ਧੁੱਪਾਂ ਛਾਵਾਂ ਐਨ ਬਰਾਬਰ ਦਿੰਦੀ ਹੈ। ਸਤਿ ਸ਼੍ਰੀ ਅਕਾਲ। ਰੋਜ਼ਾਨਾ ਸਪੋਕਸਮੈਨ ਵੇਖ ਰਹੇ ਸਾਰੇ ਦਰਸ਼ਕਾਂ ਦਾ ਦੀ ਸਪੋਕਸਮੈਨ ਡਿਬੇਟ 'ਚ ਨਵਜੋਤ ਸਿੰਘ ਢਾਲੀਵਾਲ ਵੱਲੋਂ ਸਵਾਗਤ ਹੈ। ਬਹੁਤ ਸਾਰੀਆਂ ਖਬਰਾਂ ਨੇ ਮੁਲਕ ਦੇ ਵਿੱਚ, ਜਿਸ ਤਰੀਕੇ ਦੇ ਨਾਲ ਮਾਹੌਲ ਮਨੀਪੁਰ ਦੇ ਵਿੱਚ ਬਣਿਆ,
ਹਰਿਆਣਾ ਦੇ ਵਿੱਚ ਨੂੰਹ 'ਚ ਮੇਵਾਤ ਦੇ ਵਿੱਚ ਹਿੰਸਾ ਦਾ ਦੌਰ ਜਾਰੀ ਹੈ ਤੇ ਨਾਲ ਹੀ ਦੌਰ ਛਾਪੇਮਾਰੀ ਦਾ ਵੀ ਜਾਰੀ ਹੈ। NIA ਦੀ ਛਾਪੇਮਾਰੀ ਹੋਈ ਹੈ, ਖਾਲਸਾ ਏਡ ਤੇ ਵੀ ਰੇਡ ਹੋਈ ਹੈ। ਬਾਕੀ ਕਿਸੇ ਵੀ ਛਾਪੇਮਾਰੀ ਤੇ ਉਨੇ ਸਵਾਲ ਉਨੇ ਕਿੰਤੂ ਪਰੰਤੂ ਨਹੀਂ ਹੋਏ ਜਿੰਨੇ 2-3 ਛਾਪੇਮਾਰੀ ਤੇ ਹੋਏ। ਕੁਝ ਲੋਕ ਜਿਹੜੇ ਮੱਥਾ ਟੇਕ ਕੇ ਵਾਪਸ ਪਰਤੇ ਜਾਂ ਗਵਾਂਢੀ ਮੁਲਕ ਤੋਂ ਵਾਪਸ ਪਰਤੇ, ਜਾਂ ਫਿਰ ਖਾਲਸਾ ਏਡ ਜਿਹੜੀ ਕਿ ਭਾਈ ਘਨਈਏ ਦਾ ਵਾਰਸ ਕਹਾਉਂਦੀ ਹੋਈ, ਜਿਹੜੀ ਕਿ ਨਿਆਸਰਿਆਂ ਦਾ ਆਸਰਾ ਬਣ ਕੇ ਗੁਰੂ ਸਿਧਾਂਤ ਤੇ ਪਹਿਰਾ ਦੇਣ ਦੀ ਗੱਲ ਕਰਦੀ ਹੈ। ਸੋ ਖਾਲਸਾ ਏਡ ਤੇ ਹੋਈ ਰੇਡ ਤੋਂ ਬਾਅਦ ਕਈ ਸਵਾਲ ਉਪਜੇ, ਇਸੇ ਕਰਕੇ ਇਸੇ ਤੇ ਅੱਜ ਚਰਚਾ ਮੁਨੱਕਦ ਕੀਤੀ ਹੈ, ਕਿਉਂਕਿ ਖਾਲਸਾ ਏਡ ਤੇ ਰੇਡ ਕਰਨ ਤੋਂ ਬਾਅਦ ਰਵੀ ਸਿੰਘ ਖਾਲਸਾ ਲਾਈਵ ਹੋਏ ਔਰ ਇਸ ਤੋਂ ਬਾਅਦ ਅਮਰਪ੍ਰੀਤ ਦੇ ਘਰੇ ਜਿਹੜੀ ਰੇਡ ਹੁੰਦੀ ਹੈ ਉਸ ਦੇ ਉੱਤੇ ਵੀ ਪ੍ਰੈਸ ਕਾਨਫਰੰਸ ਕੀਤੀ ਗਈ ਔਰ ਇਸ ਤੋਂ ਇਲਾਵਾ तमाम ਸਿਆਸਤਦਾਨ ਹੋਰ ਲੋਕਾਂ ਨੇ ਕਿੰਤੂ ਪਰੰਤੂ ਕੀਤੇ ਵੀ, ਜਿਹੜੇ ਲੋਕਾਂ ਨੇ ਡੁੱਬਦਿਆਂ ਨੂੰ ਬਚਾਇਆ, ਤਿਹਾਇਆਂ ਨੂੰ ਪਾਣੀ ਪਿਆਇਆ, ਜਿਨ੍ਹਾਂ ਨੇ ਰਾਸ਼ਨ ਪਹੁੰਚਾਇਆ, ਜਿਨ੍ਹਾਂ ਨੇ ਆਪਣਾ ਨਾ ਬੇਗਾਨੇ ਦਾ ਫਰਕ ਕਰਕੇ ਸਭ ਤੱਕ ਮਦਦ ਪਹੁੰਚਾਈ, ਸਮੱਗਰੀ ਪਹੁੰਚਾਈ, ਫਿਰ ਉਹਨਾਂ ਦੇ ਉੱਤੇ ਇਸ ਮੌਕੇ ਛਾਪੇਮਾਰੀ ਕਰਨੀ ਠੀਕ ਨਹੀਂ ਹੈ। ਇਹ ਗੱਲ ਕੇਵਲ ਵਿਰੋਧੀ ਧਿਰਾਂ ਨਹੀਂ, ਈਵਨ ਕਿ ਮੁਲਕ ਦੀ ਹਾਕਮ ਜਮਾਤ ਦੀ ਪੰਜਾਬ ਇਕਾਈ ਦੇ ਪ੍ਰਧਾਨ ਵੀ ਕਹਿ ਰਹੇ ਆ। ਸੁਨੀਲ ਜਾਖੜ ਹੋਰਾਂ ਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਕਿ ਇਹ ਰੇਡ ਕਰਨਾ ਠੀਕ ਨਹੀਂ। ਖਾਲਸਾ ਏਡ ਲੋਕ ਭਲਾਈ ਦੇ ਕੰਮਾਂ 'ਚ ਯੋਗਦਾਨ ਪਾਉਂਦੀ ਹੈ, ਪੰਜਾਬ 'ਚ ਹੀ ਨਹੀਂ ਬਲਕਿ ਮੁਲਕ ਭਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵਿਪਤਾ ਆਫਤ ਆਉਂਦੀ ਹੈ ਸਥਿਤੀ 'ਚ ਖਾਲਸਾ ਏਡ ਦੇ ਵਰਕਰ ਮਦਦ ਲਈ ਪਹੁੰਚਦੇ ਆ। ਇਹ ਇੱਕ ਸਮਾਜ ਸੇਵੀ ਸੰਸਥਾ ਹੈ ਜਿਸ ਦਾ ਸਮਾਜ 'ਚ ਵੱਡਾ ਵਡਮੁੱਲਾ ਸਥਾਨ ਹੈ। ਸੋ ਖਾਲਸਾ ਏਡ ਬਾਰੇ ਸਾਰੇ ਜਾਣਦੇ ਆ, ਪਰ ਇਸ ਮੌਕੇ ਆਫੀਸ਼ੀਅਲਸ ਦਾ ਕਹਿਣਾ ਹੈ ਕਿ ਅਸੀਂ ਆਪਣੀ ਇਨਪੁਟਸ ਦੇ ਆਧਾਰ ਦੇ ਉੱਤੇ ਮੁਲਕ ਦੀ, ਕੌਮ ਦੀ, ਕੌਮੀਅਤ ਦੀ ਕੋਈ ਕਿਸੇ ਵੀ ਤਰੀਕੇ ਦੀ ਫਿਕਰਮੰਦੀ ਹੁੰਦੀ ਹੈ ਉਸ ਨੂੰ ਲੈ ਕੇ ਆਪਣਾ ਕੰਮ ਕਰਦੇ ਹਾਂ। ਸੋ ਇਸ ਨੂੰ ਲੈ ਕੇ ਰਵੀ ਸਿੰਘ ਖਾਲਸਾ ਹੋਰਾਂ ਦਾ ਕੀ ਕਹਿਣਾ ਉਹਨੂੰ ਸੁਣਾਂਗੇ। ਦੀ ਸਵੇਰੇ 5 ਵਜੇ ਜਾ ਕੇ ਤਲਾਸ਼ੀਆਂ ਕਰਨੀਆਂ, ਜਿਹੜਾ ਤੁਹਾਨੂੰ ਪਤਾ ਹੀ ਆ ਕੋਈ ਗਲਤ ਕੰਮ ਨਹੀਂ ਕਰਨਾ, ਸੇਵਾ ਕਰ ਰਹੇ ਆ। ਸੋ ਸਾਨੂੰ ਇਹਦੇ ਵਿੱਚ ਆ ਕਿ ਸਾਡੇ ਕੋਲ ਕੋਵਾ ਨਹੀਂਗਾ, ਸਾਨੂੰ ਜੋ ਮਰਜ਼ੀ ਪੁੱਛ ਲਓ। ਪਹਿਲਾਂ ਵੀ ਰੇਡ ਹੋ ਹਟਿਆ, ਕੀ ਗਵਾਇਆ ਤੁਹਾਡਾ, ਅਸੀਂ ਕੀ ਖਰਾਬ ਕੀਤਾ ਤੁਹਾਡਾ। ਸੇਵਾ ਚੱਲਦੀ ਆ, ਤੁਸੀਂ ਆਪ ਦੇਖਦੇ ਸੇਵਾ ਚੱਲਦੀ, ਪਰ ਲੋਕਾਂ ਨੂੰ ਜਾ ਕੇ ਉਠਾਉਣਾ, ਪਰਿਵਾਰਾਂ ਨੂੰ, ਬੱਚਿਆਂ ਨੂੰ ਮੰਜੇ ਤੋਂ ਉਠਾ ਕੇ 5 ਵਜੇ 5:30 ਚੱਕ ਕੇ ਦੂਜੇ ਪਾਸੇ ਦੌੜੋ ਤੁਸੀਂ, ਅਸੀਂ ਇੱਥੇ ਤਲਾਸ਼ੀ ਕਰਨੀ ਆ। ਕਾਨੂੰਨੀ ਤੌਰ ਤੇ ਉਹਨਾਂ ਨੇ ਕੁਝ ਕਾਨੂੰਨੀ ਤੋੜਿਆ, ਤਾਂ ਵੀ ਜਾ ਕੇ ਤੁਸੀਂ ਇਦਾਂ ਟ੍ਰੀਟ ਕਰਦੇ ਜਿੱਦਾਂ ਕੋਈ ਖੂਨੀ ਕਾਰ ਹੁੰਦੇ ਆ, ਕੋਈ ਮਰਡਰ ਹੁੰਦੇ ਆ, ਕਿਸੇ ਦਾ ਕਤਲ ਕੀਤਾ ਹੁੰਦਾ। ਇਹਦਾ ਮਤਲਬ ਵੀ ਜਿਹੜੇ ਕਤਲ ਕਰਦੇ ਆ ਜਾਂ ਕਿਹੜੇ ਸੇਵਾ ਕਰਦੇ ਆ ਉਹਦੀ ਕੋਈ ਫਰਕ ਨਹੀਂਗਾ। ਨੈਸ਼ਨਲ ਕੋਈ ਫੰਡਿੰਗ ਆਈ ਹੋਵੇ ਜਾਂ ਕੋਈ ਇਹੋ ਜਿਹੀ ਸਾਡੀ ਐਕਟੀਵਿਟੀ ਵੀ ਤੁਹਾਨੂੰ ਲੱਗੀ ਹੋਵੇ ਕਿ ਅਸੀਂ ਕੋਈ ਐਂਟੀ ਨੈਸ਼ਨਲ ਕੰਮ ਕਰ ਰਹੇ ਹਾਂ ਜਾਂ ਐਂਟੀ ਰਿਲੀਜਨ ਕੋਈ ਕੰਮ ਕਰ ਰਹੇ ਹਾਂ, ਤੇ ਅਸੀਂ ਜਵਾਬਦੇਹੀ ਹਾਂ ਉਸ ਚੀਜ਼ ਦੇ। ਬਟ ਹਰ ਇੱਕ ਚੀਜ਼ ਦਾ ਇੱਕ ਪ੍ਰੋਸੀਜਰ ਹੁੰਦਾ, ਇੱਕ ਪ੍ਰੋਸੈਸ ਹੁੰਦਾ। ਇਸ ਤਰ੍ਹਾਂ ਦਹਿਸ਼ਤ ਫੈਲਾ ਕੇ ਇਹ ਚੀਜ਼ ਕਿਤੇ ਨਾ ਕਿਤੇ ਸਾਨੂੰ ਦੁੱਖ ਦਿੰਦੀ ਹੈ। 19 ਤਰੀਕ ਨੂੰ ਭਾਰਤੀ ਝੰਡੇ ਦਾ ਤੁਹਾਨੂੰ ਵੀਡੀਓ ਦਾ ਅਪਮਾਨ ਹੋਇਆ ਸੀ ਇੰਗਲੈਂਡ ਵਿੱਚ, ਹਾਂਜੀ, ਉਸ ਸੰਬੰਧ 'ਚ ਵੀ ਕਾਫੀ ਲੋਕਾਂ ਨੂੰ ਛਾਣਬੀਣ ਕੀਤੀ ਜਾ ਰਹੀ ਹੈ ਕਿ ਉਸ ਨਾਲ ਵੀ ਤੁਹਾਡਾ ਕੋਈ। ਸੋ ਖਾਲਸਾ ਏਡ ਦਾ ਦਾਅਵਾ ਹੈ ਜਦੋਂ ਪੀੜਾ ਦੇ ਵਿੱਚ ਕੋਈ ਨਹੀਂ ਖੜਿਆ, ਜਦੋਂ ਸਾਰੇ ਅੱਖ ਦਬਾ ਕੇ ਬਹਿ ਗਏ, ਜਦੋਂ ਸਾਰਿਆਂ ਨੇ ਮੂੰਹ ਮੋੜਿਆ, ਕੱਲਾ ਇੱਥੇ ਹੀ ਨਹੀਂ ਹੋਰ ਬਹੁਤ ਸਾਰੇ ਕੰਟਰੀਜ਼ ਨੇ ਜਿੱਥੇ ਉਹਨਾਂ ਦੀ ਪੈਰਲਲ ਸੇਵਾ ਚੱਲ ਰਹੀ ਹੈ। ਔਰ ਇਸ ਨੂੰ ਲੈ ਕੇ ਪੰਜਾਬ ਦੇ ਸਿਆਸਤਦਾਨ ਕੀ ਕਹਿੰਦੇ ਆ। ਸੋ ਇਹ ਬਹੁਤ ਮਾੜੀ ਗੱਲ ਹੈ। ਮੈਂ ਦੇਸ਼ ਦੇ ਗ੍ਰਹਿ ਮੰਤਰੀ ਨੂੰ ਇਹ ਕਹਿਣਾ ਚਾਹੁੰਦਾ ਕਿ ਕਿਰਪਾ ਕਰਕੇ ਪੰਜਾਬ ਤੇ ਠੰਡੀ ਨਿਗਾਹ ਰੱਖੋ, ਨਾ ਕਿ ਹਰੇਕ ਵਿਅਕਤੀ ਜਿਹੜਾ ਗੁਰਸਿੱਖ ਹੈ ਔਰ ਪੰਜਾਬ ਨੂੰ ਪਿਆਰ ਕਰਨ ਵਾਲਾ ਹੈ ਉਹਨੂੰ ਤੁਸੀਂ ਇਸ ਤਰ੍ਹਾਂ ਬੁਰੀ ਨਜ਼ਰ ਨਾਲ ਤੱਕੋ। ਮੇਰਾ ਖਿਆਲ ਉਹਦੇ ਤੇ ਤਾਂ ਨਜ਼ਰ ਨਹੀਂ ਹੈ, ਲੇਕਿਨ ਪਤਾ ਨਹੀਂ ਖਾਲਸਾ ਏਡ ਕਿਉਂ ਚੁੱਭ ਰਿਹਾ ਬੀਜੇਪੀ ਵਾਲਿਆਂ ਨੂੰ, ਕਿਉਂਕਿ ਖਾਲਸਾ ਏਡ ਗੁਰਸਿੱਖ ਲੋਕ ਨੇ। ਸੋ ਬਿਲਕੁਲ ਨਫ਼ਰਤ ਭਰੀਆਂ ਗੱਲਾਂ ਕਰ ਰਹੇ ਹੈ ਔਰ ਮਾਹੌਲ ਖਰਾਬ ਕਰ ਰਹੇ ਹੈ। ਕਿਸ ਕਰਕੇ? ਕਿਉਂਕਿ 2024 ਦੇ ਵਿੱਚ ਚੋਣ ਆ ਰਿਹਾ ਹੈਗਾ ਔਰ ਇਹਨਾਂ ਨੇ ਕਿਸੇ ਨਾ ਕਿਸੇ ਘੱਟ ਗਿਣਤੀ ਨੂੰ ਨੱਪ ਕੇ ਆਪਣੀਆਂ ਵੋਟਾਂ ਖੱਟਣੀਆਂ ਹੈਗੀਆਂ। ਸਿੱਖਾਂ ਨੂੰ ਕਦੀ ਰੈਡੀਕਲ ਕਹਿ ਦਿੰਦੇ ਆ, ਮਨੁੱਖੀ ਅਧਿਕਾਰਾਂ ਦੇ ਉਹਨਾਂ ਦੇ ਹੱਕ ਗਵਾ ਦਿੰਦੇ ਆ, ਕਦੀ ਖਾਲਸਾ ਸਥਾਨੀ ਕਹਿ ਕੇ ਗੁਰੂ ਗੋਬਿੰਦ ਸਿੰਘ ਦੇ ਮਾਰਗ ਤੇ ਤੁਰਨ ਵਾਲਿਆਂ ਨੂੰ ਉਹਨਾਂ ਨੂੰ ਬੈਨ ਕਰ ਦਿੰਦੇ ਹੈਗੇ ਆ। ਕਿਉਂ? ਕਿਉਂਕਿ ਇਹਨਾਂ ਨੇ ਆਪਣੀ ਨਫ਼ਰਤ ਕਿਸੇ ਘੱਟ ਗਿਣਤੀ ਵੱਲ ਦਿਖਾਣੀ ਹੈ। ਸੋ ਪ੍ਰਸ਼ਾਸਨ ਦਾ ਇਹ ਵੀ ਗੱਲ ਕਹਿਣਾ ਹੈ ਕਿ ਇਹ ਛਾਪੇਮਾਰੀ ਕੇਵਲ ਖਾਲਸਾ ਏਡ ਤੇ ਨਹੀਂ ਹੋਈ,
ਹੋਰ ਵੱਖ-ਵੱਖ ਥਾਵਾਂ ਦੇ ਵਿੱਚ ਹੋਈ ਹੈ। 10 ਜ਼ਿਲ੍ਹੇ ਨੇ, 15 ਉਹ ਥਾਵਾਂ ਨੇ ਜਿੱਥਾਂ ਇਹ ਜਿਹੜੀ ਹੈ ਛਾਪੇਮਾਰੀ ਕੀਤੀ ਗਈ ਹੈ। ਉਹਦੇ ਵਿੱਚ ਜ਼ਿਲ੍ਹਾ ਪਟਿਆਲਾ ਵੀ ਹੈ ਔਰ ਸ਼ੱਕੀਆਂ ਦੇ ਪਾਸਪੋਰਟ ਵੀ ਜ਼ਬਤ ਕੀਤੇ ਹੈ, ਵਿਦੇਸ਼ ਆਉਣ ਜਾਣ ਦਾ ਰਿਕਾਰਡ ਵੀ ਜ਼ਬਤ ਹੋਇਆ। ਔਰ ਤੁਸੀਂ ਦੇਖੋਗੇ ਕਿ ਜਿਹੜੇ ਯੂਕੇ ਦੇ MP ਹੈ ਤਨਮਨਜੀਤ ਢੇਸੀ, ਉਹਨਾਂ ਨੂੰ ਵੀ ਅੱਜ ਰੋਕਿਆ ਗਿਆ ਸੀ 에ਅਰਪੋਰਟ ਦੇ ਉੱਤੇ। ਪੈਸਿਆਂ ਦੇ ਲੈਣ ਦੇਣ ਦਾ ਰਿਕਾਰਡ ਜਿਹੜਾ ਉਹ ਖੰਗਾਲਿਆ ਗਿਆ। ਜਿਹੜੇ ਕਿਰਾਏਦਾਰ ਨੇ ਉਹਨਾਂ ਦੀ ਡਿਟੇਲ ਜਿਹੜੀ ਲਈ ਗਈ ਹੈ ਔਰ NIA ਦੇ ਦਫ਼ਤਰ ਲਈ ਵੀ ਬੁਲਾਇਆ ਗਿਆ ਔਰ ਖਾਲਸਾ ਏਡ ਦੀ ਜਿਹੜੀ ਇੰਡੀਆ ਬੈਠੀ ਟੀਮ ਹੈ ਉਹਨਾਂ ਨੂੰ ਵੀ NIA ਦਫ਼ਤਰ ਬੁਲਾਇਆ ਗਿਆ। ਮੋਬਾਈਲ ਫੋਨ ਵੀ ਜਦੋਂ ਸਾਡੀ ਇਸ ਚਰਚਾ ਸ਼ੁਰੂ ਹੋਣ ਤੋਂ ਪਹਿਲਾਂ ਉਦੋਂ ਤੱਕ ਉਹਨਾਂ ਕੋਲ ਸੀ। ਅਸੀਂ ਚਾਹਿਆ ਸੀ ਕਿ ਉਹਨਾਂ ਨੂੰ ਚਰਚਾ ਦੇ ਵਿੱਚ ਜੋੜ ਸਕੀਏ। ਇਸ ਤੋਂ ਇਲਾਵਾ ਸਾਰੀਆਂ ਪਾਰਟੀਆਂ ਨੂੰ ਔਰ ਕਈ ਹੋਰ ਲੋਕਾਂ ਨੂੰ ਸੱਦਾ ਦਿੱਤਾ ਕਿ ਇਸ ਮੰਚ ਤੋਂ ਇਸ ਵਿਸ਼ੇ ਤੇ ਖੁੱਲੀ ਚਰਚਾ ਹੋ ਸਕੇ। ਸੋ ਆਏ ਹੋਇਆਂ ਦਾ ਬਹੁਤ ਧੰਨਵਾਦ ਹੈ। ਉਹਨਾਂ ਦਾ ਤਾਰੁਫ ਕਰਵਾਉਂਦਾ ਹੋਇਆ ਚਰਚਾ 'ਚ ਉਹਨਾਂ ਦਾ ਇਸਤਕਬਾਲ ਕਰਾਂਗੇ। ਕਾਂਗਰਸ ਤੋਂ ਅੰਮ੍ਰਿਤ ਗਿੱਲ ਤਸ਼ਰੀਫ ਲੈ ਕੇ ਆਏ ਹੈ, ਜੀਓ ਆਇਆਂ ਨੂੰ ਜੀ। ਭਾਜਪਾ ਤੋਂ ਗੁਰਦੀਪ ਗੋਸ਼ਾ ਜੀ ਆਪਣੀ ਗੱਲਬਾਤ ਰੱਖਣਗੇ, ਸਵਾਗਤ ਹੈ। ਔਰ ਸਾਡੇ ਨਾਲ ਇਸ ਮੌਕੇ ਖੁਸ਼ਹਾਲ ਸਿੰਘ ਬੁੱਧੀਜੀਵੀ ਦੇ ਤੌਰ ਤੇ ਜੁੜੇ। ਖੁਸ਼ਹਾਲ ਜੀ, ਤੁਹਾਡਾ ਇਸ ਚਰਚਾ ਦੇ ਵਿੱਚ ਨਿੱਘਾ ਸਵਾਗਤ। ਸਭ ਤੋਂ ਪਹਿਲਾਂ ਗੋਸ਼ਾ ਸਾਹਿਬ ਮੈਂ ਤੁਹਾਡੇ ਤੋਂ ਪੁੱਛਣਾ ਚਾਹੂੰਗਾ, ਜਦੋਂ ਬਹੁਤ ਲੋਕ ਮੂੰਹ ਮੋੜ ਗਏ, ਜਦੋਂ ਧਨਾੜ ਲੋਕ, ਜਦੋਂ ਡੇਰੇਦਾਰ, ਪਹਿਰੇਦਾਰ, ਸਰਕਾਰਾਂ ਆਪਣੀ ਜ਼ਿੰਮੇਵਾਰੀ ਤੋਂ ਮੂੰਹ ਮੋੜਦੀਆਂ ਨਜ਼ਰ ਆ ਰਹੀਆਂ ਸੀਗੀਆਂ ਤੇ ਜਿਹੜੇ ਲੋਕ ਇੱਕ ਪਾਸੇ ਦਰਿਆਵਾਂ ਦੇ ਮੂੰਹ ਮੋੜ ਰਹੇ ਸੀ ਤੇ ਦੂਜੇ ਪਾਸੇ ਇਹ ਲੋਕ ਜਿਹੜੇ ਆ ਉਹਨਾਂ ਦੀ ਮਾਲੀ ਤੌਰ ਤੇ ਰਸਦ ਦੇ ਤੌਰ ਤੇ ਇਮਦਾਦ ਲਈ ਪਹੁੰਚ ਰਹੇ ਸੀ। ਹਲੇ ਪੰਜਾਬ 'ਚੋਂ ਪਾਣੀ ਉਤਰਿਆ ਨਹੀਂ ਕਿ NIA ਚੜ੍ਹ ਕੇ ਆ ਗਈ। ਆਖਰ ਇਹਦਾ ਮਤਲਬ ਕੀ ਹੈ? ਧਾਲੀਵਾਲ ਸਾਹਿਬ, ਖਾਲਸਾ ਏਡ ਬੜਾ ਚੰਗਾ ਕੰਮ ਕਰ ਰਹੀ ਹੈ, ਅਸੀਂ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਰੱਖਦੇ। ਰਵੀ ਸਿੰਘ ਖਾਲਸਾ ਜੀ ਨੇ ਵੀ ਸਮੁੱਚੀ ਦੁਨੀਆ ਦੇ ਵਿੱਚ ਇੱਕ ਨਾਮ ਬਣਾਇਆ ਖਾਲਸਾ ਏਡ ਦਾ। ਭਾਈ ਕਨ੍ਹੱਈਆ ਜੀ ਦੇ ਰਾਹਾਂ ਤੇ ਚੱਲ ਰਿਹਾ। ਪਰ ਜਿਹੜਾ ਇੱਕ ਛਾਪਾ ਵੱਜਿਆ, ਦੇਖੋ ਅਸੀਂ ਇਸ ਗੱਲ ਦੀ ਸਾਡੇ ਪ੍ਰਧਾਨ ਸੁਨੀਲ ਜਾਖੜ ਜੀ ਨੇ ਵੀ ਗੱਲ ਕੀਤੀ ਹੈ ਪਰ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਜੋ ਇਹਦੇ ਗੱਲ ਦੇ ਵਿੱਚ ਤਹਿ ਤੱਕ ਜਾ ਸਕੇ। NIA ਦੀ ਟੀਮ ਦਾ ਕੰਮ ਹੁੰਦਾ, ਦੇਖੋ ਇਹ ਹਰ ਚੀਜ਼ ਨੂੰ ਇੱਕ ਧਰਮ ਨਾਲ ਜੋੜ ਕੇ ਬਾਹਰ ਲੈ ਕੇ ਆਣਾ ਨਾ, ਇਹ ਨੈਰੇਟਿਵ ਇੱਕ ਸੈੱਟ ਕੀਤਾ ਜਾ ਰਿਹਾ। ਦੇਖੋ ਉਹਨਾਂ ਦਾ ਕੰਮ ਹੈ ਜਾਂਚ ਕਰਨਾ, ਪਰ ਅਸੀਂ ਖਾਲਸਾ ਏਡ ਦੇ ਨਾਲ ਖੜੇ ਕਿਉਂਕਿ ਖਾਲਸਾ ਏਡ ਹਮੇਸ਼ਾ ਪੰਜਾਬ ਦੇ ਭਲੇ ਲਈ, ਦੁਨੀਆ ਦੇ ਭਲੇ ਲਈ ਖੜੀ ਹੁੰਦੀ ਹੈ। ਪਰ ਉਹਦੇ ਵਿੱਚ ਕਈ ਲੋਕ ਬਲੈਕ ਸ਼ੀਪ ਵੀ ਹੁੰਦੀਆਂ ਜਿਹੜੇ ਰਲ ਜਾਂਦੇ ਆ, ਜਿਹੜੇ ਖਰਾਬ ਕਰਨ ਦੀ ਕੋਸ਼ਿਸ਼ ਕਰਦੇ। ਉਹ ਜਾਂਚ ਦਾ ਵਿਸ਼ਾ NIA ਨੇ ਦੇਖਣਾ। ਬਾਕੀ ਰਵੀ ਸਿੰਘ ਖਾਲਸਾ ਦੀ ਵੀ ਮੈਂ ਸਾਰੀ ਗੱਲ ਸੁਣੀ, ਅਮਰਪ੍ਰੀਤ ਜੀ ਦੀ ਵੀ ਗੱਲ ਸੁਣੀ, ਕਿਉਂਕਿ ਅਸੀਂ ਵੀ ਜਦੋਂ ਸੇਵਾ ਕਰਨ ਜਾਂਦੇ ਗਾਏ ਬਗਾਏ ਕਈ ਜਗ੍ਹਾ ਤੇ ਸਾਨੂੰ ਖਾਲਸਾ ਏਡ ਮਿਲਦੀ, ਬੜੀ ਅੱਛਾ ਕੰਮ ਕਰ ਰਹੀ ਹੈ, ਹਸਪਤਾਲਾਂ ਦਾ ਕੰਮ ਕਰ ਰਹੀ ਹੈ, ਚਾਹੇ ਹੋਰ ਕੰਮ ਕਰ ਰਹੀ ਹੈ। ਅਸੀਂ ਇਸ ਗੱਲ ਤੇ ਦੋ ਰਾਏ ਨਹੀਂ ਰੱਖਦੇ। ਇਹਦੀ ਬਾਕੀ ਜਾਂਚ ਦਾ ਵਿਸ਼ਾ ਕਰਨਗੇ। ਬਾਕੀ ਹੁਣ ਮੈਂ ਰਾਜਾ ਵੜਿੰਗ ਸਾਹਿਬ ਦਾ ਵੀ ਬਿਆਨ ਸੁਣ ਰਿਹਾ ਸੀ ਵੀ ਜਿਹਨੂੰ ਬੇਨਤੀ ਕਰ ਰਿਹਾ ਵੀ ਇੱਥੇ ਠੰਡੀ ਨਿਗਾਹ ਰੱਖਣ, ਵੀ ਗੁਰਸਿੱਖਾਂ ਦੀ ਗੱਲ ਕਰਦੇ ਆ। ਮੈਂ ਬੇਨਤੀ ਕਰਾਂਗਾ, ਜਦੋਂ ਟਾਈਟਲਰ ਹੁਣ ਪਿਛਲੇ ਹਫ਼ਤੇ ਜਦੋਂ ਗੱਲ ਹੋਈ ਹੈ, ਸਜ਼ਾ ਦੀ ਗੱਲ ਹੋਈ ਹੈ, ਉਦੋਂ ਇਹਨਾਂ ਨੂੰ ਦੇਖਿਆ ਨੇ ਵੀ ਕਿਹੜੀਆਂ ਤੱਤੀਆਂ ਹਵਾਵਾਂ ਚੱਲੀਆਂ ਸੀ, ਉੱਤੇ ਬਿਆਨ ਕਿਉਂ ਨਹੀਂ ਦਿੱਤਾ ਜਾਂਦਾ। ਇਹ ਜਦੋਂ ਸੱਜਣ ਕੁਮਾਰ ਜੀ ਨੂੰ ਸਿੱਟਿਆ ਗਿਆ ਸੀ, ਸੱਜਣ ਕੁਮਾਰ ਮੇਰੇ ਕੋਲ ਨਿਕਲ ਗਿਆ ਜੀ, ਜਿਹੜਾ ਬੰਦਾ ਕ੍ਰਿਮੀਨਲ ਬੰਦਾ ਹੈ, ਸੱਜਣ ਕੁਮਾਰ ਨੂੰ ਜਦੋਂ ਅੰਦਰ ਸਿੱਟਿਆ ਸੀਗਾ ਉਦੋਂ ਇਹਨਾਂ ਨੂੰ ਤੱਤੀਆਂ ਹਵਾਵਾਂ ਨਹੀਂ ਦਿਖਿਆ ਸੀ। ਉਦੋਂ ਬੋਲਦੇ ਕਿਉਂ ਨਹੀਂ? ਇੱਕ ਪਾਰਟੀਕੂਲਰ ਇੱਕ ਬਹਾਨਾ ਕਿਉਂ ਲੱਭਦੇ ਬੋਲਣ ਦਾ? ਬਿਆਨਬਾਜ਼ੀ ਕਰੋ, ਬਿਆਨਬਾਜ਼ੀ ਕਰਨੀ ਪੜਦੀ ਹੈ। ਅਸੀਂ ਵੀ ਕਹਿ ਰਹੇ ਖਾਲਸਾ ਏਡ ਦੇ ਨਾਲ ਖੜੇ ਆ, ਅਸੀਂ ਤਾਂ ਕਹਿ ਨਹੀਂ ਰਹੇ ਨਹੀਂ ਖੜੇ, ਪਰ ਘੱਟੋ ਘੱਟ ਬਿਆਨਬਾਜ਼ੀ ਉਹ ਕਰੋ ਜਦੋਂ ਆਪਣਾ ਅੰਚਲ ਸਾਫ਼ ਹੋਵੇ। ਹੁਣ ਖਾਲਸਾ ਆਪਣਾ ਅੰਮ੍ਰਿਤਸਰ ਅਕਾਲੀ ਦਲ ਵਾਲੇ ਦਾ ਵੀ ਬਿਆਨ ਸੁਣਿਆ, ਉਹਨਾਂ ਦੇ ਵੀ ਬੁਲਾਰੇ ਕਹਿ ਰਹੇ ਸੀ ਵੀ ਘੱਟ ਗਿਣਤੀਆਂ ਸੁਰੱਖਿਅਤ ਨਹੀਂ ਹੈ, ਵੀ ਘੱਟ ਗਿਣਤੀਆਂ ਦੇ ਬਾਹਰ ਹੁੰਦਾ। ਮੈਂ ਪੁੱਛਣਾ ਚਾਹੁੰਦਾ, ਪਾਕਿਸਤਾਨ ਦੇ ਅੰਦਰ 22% ਘੱਟ ਗਿਣਤੀਆਂ ਸੀ, 8% ਇੱਥੇ 2% ਸੀ, ਅੱਜ 23% ਤੋਂ ਵੱਧ ਹੋ ਗਈ। ਘੱਟ ਗਿਣਤੀਆਂ ਕਿੱਥੇ ਸੁਰੱਖਿਅਤ ਹੈ? ਮਤਲਬ ਹਰ ਚੀਜ਼ ਨੂੰ ਨੈਰੇਟਿਵ ਨਾਲ ਸੈੱਟ ਕੀਤਾ ਜਾਵੇ, ਜਾਂਚ ਦਾ ਵਿਸ਼ਾ ਵੀ ਹੁੰਦਾ। ਧਾਲੀਵਾਲ ਸਾਹਿਬ, ਹੁਣ ਤੁਹਾਡਾ ਅਦਾਰਾ ਸਪੋਕਸਮੈਨ ਚੱਲ ਰਿਹਾ, ਮੇਰੀ ਗੱਲ ਸੁਣ ਲਓ, ਤੁਹਾਡਾ ਅਦਾਰਾ ਸਪੋਕਸਮੈਨ ਚੱਲ ਰਿਹਾ, ਕੋਈ ਬੰਦਾ ਮਾੜਾ ਵੀ ਤਾਂ ਵਿੱਚ ਵੜ ਸਕਦਾ ਨਾ, ਕੋਈ ਜ਼ਰੂਰੀ ਤਾਂ ਨਹੀਂ ਹੁੰਦਾ ਵੀ ਸਾਰੇ ਸਾਫ਼ ਹੋਣਗੇ। ਉਹ ਜਾਂਚ ਦਾ ਵਿਸ਼ਾ। ਆਪਾਂ ਜੇ ਜਾਂਚ 'ਚ ਆਪਾਂ ਸਾਫ਼, ਆਪਾਂ ਨੂੰ ਡਰ ਕਿਸ ਚੀਜ਼ ਦਾ? ਅਸੀਂ ਤਾਂ ਕਹਿ ਰਹੇ ਅਸੀਂ ਨਾਲ ਖੜੇ ਹਾਂ। एक आदमी में होते हैं 1000 आदमी, किस किस के चेहरे को कब कब पहचानोगे। अमृत जी ਗਿੱਲ जी, मैं इस मौके ਤੇ ਜਿਹੜਾ ਇਹਨਾਂ ਨੇ ਰਾਜਾ ਵੜਿੰਗ ਹੋਰਾਂ ਦਾ ਟਾਈਟਲਰ ਦੇ ਸੰਦਰਭ ਦੇ ਵਿੱਚ ਗੱਲ ਜ਼ਿਕਰ ਛੇੜਿਆ ਕਿ 84 ਦੇ ਉੱਤੇ ਕਾਂਗਰਸ ਬਿਆਨ ਨਹੀਂ ਦਿੰਦੀ ਤੇ ਹੋਰ ਮਸਲਿਆਂ ਤੇ ਕਾਂਗਰਸ ਨੂੰ ਸਿੱਖੀ ਯਾਦ ਆ ਜਾਂਦੀ ਹੈ। ਨਵਜੋਤ ਜੀ, ਜਿਹੜਾ ਗੁਰਦੀਪ ਗੋਸ਼ਾ ਜੀ ਦੀ ਜ਼ਬਾਨ ਥੜਥੜਾਉਂਦੀ ਹੈ, ਗੱਲ ਦਾ ਸਟੇਟਮੈਂਟ ਮਿਲਦੀ ਨਹੀਂ, ਫਿਰ ਇਹ ਪੁਰਾਣਾ, ਕਿਉਂਕਿ ਅੱਜ ਤੱਕ 60 ਸਾਲ 'ਚ ਹਿੰਦੁਸਤਾਨ 'ਚ ਕੋਈ ਡਿਵੈਲਪਮੈਂਟ ਹੋਈ ਨਹੀਂ ਗੀ। 10 ਸਾਲ 'ਚ ਹੀ BJP ਆਈ ਹੈ ਤਾਂ ਕੀਤੀ ਹੈ। ਉਹ ਪੁਰਾਣੇ ਮੁੜੇ ਗੜੇ ਮੁਰਦੇ ਚੱਕੀ ਜਾਂਦੇ ਨੇ। ਗੱਲ ਹੈ ਵੀ ਖਾਲਸਾ ਏਡ ਦੇ ਉੱਤੇ ਜਿਹੜੀ ਅੱਜ ਰੇਡ ਹੋਈ ਹੈ, ਕੜੇ ਸ਼ਬਦਾਂ ਦੇ ਵਿੱਚ ਨਿੰਦਣਯੋਗ ਹੈ। ਜਿਹੜਾ ਸਾਡੇ ਸਿੱਖਾਂ ਨੂੰ ਡਰਾਇਆ ਜਾ ਰਿਹਾ ਹੈ, ਮੈਂ ਖਾਲਸਾ ਏਡ ਦੀ ਗੱਲ ਕਰਾਂ
ਵੀ ਇਰਾਕ ਦੇ ਵਿੱਚ, ਰੋਹਿੰਗਿਆਸ ਦੇ ਵਿੱਚ, ਪੰਜਾਬ ਦੇ ਵਿੱਚ ਤੇ ਯੂਕਰੇਨ ਦੇ ਵਿੱਚ ਖਾਲਸਾ ਏਡ ਜਾਂਦੀ ਹੈ, ਕੰਮ ਕਰਦੀ ਹੈ, ਸੇਵਾ ਕਰਦੀ ਹੈ, ਸਿੱਖਾਂ ਦਾ ਨਾਂ ਉੱਚਾ ਹੁੰਦਾ ਹੈ। ਅਸੀਂ 2% ਆ ਤੇ ਸਾਰੀ ਦੁਨੀਆ ਦੇ ਵਿੱਚ ਗੁਰੂ ਕਾ ਲੰਗਰ ਜਾਣਿਆ ਜਾਂਦਾ ਹੈ ਤੇ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਖਾਲਸਾ ਏਡ ਦਾ। ਤੁਸੀਂ ਵੀ ਨਵਜੋਤ ਜੀ ਉੱਥੇ ਹੀ ਸੀਗੇ ਮਾਨਸਾ 'ਚ, ਮੈਂ ਆਪਦੀ NGO ਵੱਲੋਂ ਚੜ੍ਹਦੀ ਕਲਾ ਵੱਲੋਂ ਕੰਮ ਕੀਤਾ ਤਾਂ ਖਾਲਸਾ ਏਡ ਮੇਰੀ ਸਪੋਰਟ ਤੇ ਸੀਗੀ ਜੀ। ਤੇ ਜਿਹੜੀ ਖਾਲਸਾ ਏਡ ਅੱਜ ਸਾਨੂੰ ਸੈਂਟਰ ਐਂਡ ਡਿਜ਼ਾਸਟਰ ਡਿਕਲੇਅਰ ਨਹੀਂ ਕਰ ਰਿਹਾ ਪੰਜਾਬ ਨੂੰ, ਅਸੀਂ ਡੁੱਬੇ ਪਏ ਆ, ਸਾਡਾ ਇੰਨਾ ਮਾਲੀ ਨੁਕਸਾਨ ਹੋ ਗਿਆ। ਸਾਡਾ ਮੁੱਖ ਮੰਤਰੀ ਜਾ ਕੇ ਅਸੈਸਮੈਂਟ ਪੈਸੇ ਨਹੀਂ ਮੰਗਦਾ ਹੈਗਾ। ਜੇ ਖਾਲਸਾ ਏਡ ਆ ਕੇ ਹੋਰ NGOs ਆ ਕੇ ਆਪਣਾ ਹੈਲਪ ਕਰ ਰਹੀਆਂ ਨੇ, ਕੰਮ ਕਰ ਰਹੀਆਂ ਨੇ ਤੇ ਆਪਾਂ ਉਹਨਾਂ ਨੂੰ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਵੱਲੋਂ ਛਾਪਾਮਾਰੀ ਕਰਵਾ ਰਹੇ ਆ ਕਿ ਉਹ ਕੋਈ ਟੈਰਰਿਸਟ ਆਰਗੇਨਾਈਜੇਸ਼ਨ ਹੈ। ਕਿਸੇ ਦੇ ਮੂੰਹ ਦੇ ਵਿੱਚ ਰੋਟੀ ਪਾਣੀ, ਕਿਸੇ ਮਜਲੂਮ ਦੀ ਮਦਦ ਕਰਨੀ, ਕਿਸੇ ਬੇਆਸਰੇ ਨੂੰ ਆਸਰਾ ਦੇਣਾ, ਬਜ਼ੁਰਗਾਂ ਨੂੰ ਘਰੋਂ ਕੱਢਣਾ, ਕਿ ਇਹ ਟੈਰਰਿਸਟ ਗਤੀਵਿਧੀ ਹੈ। ਔਰ ਜੇ ਅਸੀਂ ਹੋਮ ਮਿਨਿਸਟਰ ਨੂੰ ਅਪੀਲ ਕਰਦੇ ਆ ਵੀ ਇਹਦੇ ਤੇ ਠੰਡਾ ਛਿੜਕਿਆ ਜਾਵੇ ਤਾਂ ਇਹਦੇ ਵਿੱਚ ਮਾੜਾ ਕੀ ਹੈ? ਜੇ ਸਾਡੇ ਪ੍ਰਧਾਨ ਕਹਿੰਦੇ ਨੇ ਠੰਡਾ ਛਿੜਕੋ ਤਾਂ ਹੁਣ ਆਪਾਂ ਹਰ ਚੀਜ਼ ਦੇ ਵਿੱਚ ਪਾਸਟ ਵਾਲੀਆਂ ਚੀਜ਼ਾਂ ਨੂੰ ਮੂਹਰੇ ਲੈ ਆਈਏ ਤੇ ਉਹ ਲਿਆਵਾਂਗੇ ਤਾਂ ਫਿਰ ਹੱਲ ਕੀ ਹੈ? ਹੁਣ ਬੋਲੀਏ ਨਾ ਫਿਰ। ਗੋਸ਼ਾ ਜੀ ਤੁਹਾਡੇ ਪ੍ਰਧਾਨ ਨੇ ਵੀ ਨਿੰਦਾ ਕੀਤੀ ਹੈ ਔਰ ਤੁਸੀਂ ਹੋਰ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਕਹਿੰਦੇ ਹੋ ਅਸੀਂ ਸੈਂਟਰ 'ਚ ਜਾਵਾਂਗੇ, ਤੁਹਾਡੀ ਪੁੱਛ-ਗਿੱਛ ਦਾ ਇੱਕ ਪੈਸਾ ਹੈ ਨਹੀਂ ਗੀ ਤੇ ਤੁਸੀਂ ਗੱਲਾਂ ਇੱਥੇ ਆ ਕੇ ਵੱਡੀਆਂ ਵੱਡੀਆਂ ਫੜਾ ਮਾਰਨ ਲੱਗ ਜੰਨੇ ਹੋ ਵੀ ਅਸੀਂ ਪੰਜਾਬ ਦੇ ਨਾਲ ਆ। ਤੁਸੀਂ ਕਿਹਦੇ ਨਾਲ ਹੋ? ਪੰਜਾਬ ਦੇ ਛਿੱਕ ਮਾਰਦਾ ਨੈਸ਼ਨਲੀ ਨਿਊਜ਼ ਮੰਨ ਜਾਂਦੀ ਹੈ। ਮਨੀਪੁਰ ਨੂੰ ਦੇ ਵਿੱਚ ਹੁਣ ਹੋ ਕੀ ਰਿਹਾ, ਹਰਿਆਣੇ ਦੇ ਵਿੱਚ ਉੱਥੇ ਕੋਈ ਕਵਰੇਜ ਨਹੀਂ ਹੈ। ਪੰਜਾਬ ਨੂੰ ਤਾਂ 2 ਮਿੰਟ 'ਚ ਤੁਹਾਡੀ BJP ਦੀ ਗੋਦੀ ਮੀਡੀਆ ਟੈਰਰਿਸਟ ਜੀ, ਇੱਥੇ ਆਤੰਕਵਾਦ ਹੋ ਗਿਆ ਜੀ, ਖਾਲਿਸਤਾਨ ਬਣ ਗਏ ਦੇ ਨਾਰੇ ਤੁਸੀਂ ਨੈਸ਼ਨਲੀ ਡਿਬੇਟਾਂ 'ਚ ਲੈ ਆਉਂਦੇ ਹੋ। ਬਹੁਤ ਹੈਲੋ ਆਵਾਜ਼ ਆ ਰਹੀ ਹੈ ਨਵਜੋਤ ਜੀ? ਸੁਣ ਪਾ ਰਹੇ ਹਾਂ ਜੀ। ਬਹੁਤ ਜੀ ਨਿੰਦਨਯੋਗ ਹੈ। ਕੋਈ ਵੀ ਹੈ, ਦੇਖੋ ਇਕਨੋਮਿਕਲੀ ਕੋਈ ਅਕਾਊਂਟਸ ਦੇ ਵਿੱਚ ਡਿਫਰੈਂਸ ਹੋ ਸਕਦਾ, ਕੋਈ ਵੀ ਹੈ, ਇਨਕਮ ਟੈਕਸ ਉਹਨੂੰ ਦੇਖ ਸਕਦਾ, ਪਰ NIA ਵੱਲੋਂ ਛਾਪੇਮਾਰੀ ਹੋਣਾ ਇਸ ਤੋਂ ਮਾੜੀ ਗੱਲ ਜਾਂ ਡਰਾਉਣ ਧਮਕਾਉਣ। ਤੁਸੀਂ ਦੇਖੋ ਇੰਨੇ ਜ਼ਿਆਦਾ ਵਲੰਟੀਅਰਸ ਲੋਕ ਵਲੰਟੈਰਲੀ ਹੈਲਪ ਕਰਦੇ ਨੇ ਖਾਲਸਾ ਏਡ ਦੀ ਆ ਕੇ ਆਪਦੇ, ਤੇ ਉਹਨਾਂ ਦੇ ਮਨੋਬਲ ਤੇ ਕੀ ਅਸਰ ਹੋਏਗਾ? ਤੋ ਇਨਡਾਇਰੈਕਟਲੀ BJP ਜਾਂ ਸੈਂਟਰ ਗਵਰਨਮੈਂਟ ਚਾਹੁੰਦੀ ਹੈ ਵੀ ਸੇਵਾ ਨਾ ਕੀਤੀ ਜਾਵੇ, ਲੋਕਾਂ ਨੂੰ ਦੁੱਖ ਤਕਲੀਫ ਚਾਹੀ ਐਵੇਂ ਹੀ ਛੱਡ ਦਿੱਤਾ ਜਾਵੇ। ਅੱਜ ਪੰਜਾਬ ਦੇ ਵਿੱਚ ਵਿਪੱਤੀ ਆਈ ਹੈ, ਪੰਜਾਬ ਘਿਰਿਆ ਹੋਇਆ ਸੰਕਟ ਦੇ ਨਾਲ, ਖਾਲਸਾ ਏਡ ਤਾਂ ਸਾਰੇ ਕਿਤੇ ਹੀ ਜਾਂਦੀ ਹੈ, ਮਿਆਂਮਾਰ 'ਚ ਸਾਰੇ ਕਿਤੇ ਜਾ ਕੇ ਹੈਲਪ ਕਰਦੀ ਹੈ। ਤਾਂ ਕੀ ਇਹ ਜਿਹੜਾ ਸਾਡਾ ਸਿੱਖੀ ਸਿਧਾਂਤ ਹੈ ਵੀ ਅਸੀਂ ਸਾਰਿਆਂ ਦੀ ਹੈਲਪ ਕਰੀਏ? ਗੁਰੂ ਕਾ ਲੰਗਰ, ਮੈਂ ਕਹਿੰਦੇ ਆ ਵੀ ਪਨੀਰੀ ਦੇ ਲੰਗਰ ਲੱਗੇ ਹੋਏ ਨੇ, ਹਰ ਚੀਜ਼ ਦਾ ਲੰਗਰ ਲਾਇਆ ਹੋਇਆ ਵੀ ਲੋਕਾਂ ਦੀ ਹੈਲਪ ਹੋ ਸਕੇ। ਇਹਦੇ ਵਿੱਚ ਵੈਸੇ ਤਾਂ ਖਾਲਸਾ ਏਡ ਦੇ ਹੱਕ ਦੇ ਵਿੱਚ ਹਰ ਕੋਈ ਬੋਲ ਰਿਹਾ। ਥੋੜੀ ਗੱਲ ਅੱਗੇ ਤੋਰਦੇ ਆ, ਮੈਂ ਖੁਸ਼ਹਾਲ ਜੀ ਹੋਰਾਂ ਕੋਲੇ ਜਾਊਂਗਾ। ਖੁਸ਼ਹਾਲ ਜੀ, ਗੱਲ ਇਹ ਹੈ ਕਿ ਹਰ ਪਾਰਟੀ ਇਸ ਰੇਡ ਦੀ ਨਿੰਦਾ ਕਰ ਰਹੀ ਹੈ, ਪਰ ਨਿੰਦਾ ਤੋਂ ਅੱਗੇ ਕੀ ਹੈ? ਰੇਡ ਤਾਂ ਹੋ ਗਈ ਹੈ ਤੇ ਵਰਤਾਰੇ ਨੂੰ ਵੀ ਨਿੰਦ ਰਹੇ ਆ ਤੇ ਵਰਤਾਰੇ ਨੂੰ ਕੇਵਲ ਨਿੰਦ ਕੇ ਹੀ ਸਰ ਜਾਊਗਾ? ਇੱਕ ਤਾਂ ਇਹ ਸਵਾਲ ਹੈ। ਦੂਜਾ, ਜਿਹੜਾ ਗੋਸ਼ਾ ਜੀ ਨੇ ਗੱਲ ਕਹੀ ਸੀ ਕਿ ਇਸ ਮਸਲੇ ਨੂੰ ਧਰਮ ਨਾਲ ਜੋੜ ਕੇ ਕਿਉਂ ਵੇਖਿਆ ਜਾ ਰਿਹਾ ਹੈ, ਜੋੜ ਕੇ ਵੇਖਿਆ ਜਾਣਾ ਚਾਹੀਦਾ ਜਾਂ ਨਹੀਂ? ਧਾਲੀਵਾਲ ਸਾਹਿਬ, ਜਿਹੜਾ ਸਾਡੇ ਸਾਹਮਣੇ ਇਸ ਵੇਲੇ ਸਿਨੈਰੀਓ ਹੈ, ਅੱਜ ਪ੍ਰਧਾਨ ਮੰਤਰੀ ਨੇ, ਮੋਦੀ ਸਾਹਿਬ ਨੇ ਕਿਹਾ ਹੈ ਆਪਣੇ ਵਰਕਰਾਂ ਨੂੰ ਕਿ ਤੁਸੀਂ ਹਰਿਆਣੇ 'ਚ ਜਾਓ, ਮੁਸਲਮਾਨ ਬੀਬੀਆਂ ਤੋਂ ਰੱਖੜੀ ਬਣਾਓ, ਪਾਰਟੀ ਕਰੋ, ਜੋ ਹਦਾਇਤਾਂ ਦਿੱਤੀਆਂ ਨੇ ਉਹ ਹਦਾਇਤਾਂ ਤੇ ਜਿਹੜਾ ਵਰਕਰ ਹੈ BJP ਦਾ, ਜੋ ਐਕਚੁਅਲੀ ਉੱਥੇ ਹੋ ਰਿਹਾ ਆ, ਉਹ ਸਾਡੇ ਸਾਰਿਆਂ ਦੇ ਸਾਹਮਣੇ ਹੈ। ਜਿਸ ਦਿਸ਼ਾ ਵੱਲ ਦੇਸ਼ ਨੂੰ ਲਿਜਾਇਆ ਜਾ ਰਿਹਾ, ਸਾਡੀ ਸਿਆਸਤ ਜਾ ਰਹੀ ਹੈ। ਵੈਸੇ ਤਾਂ ਸਾਡੇ ਪੰਜਾਬ ਦੇ ਵਿੱਚ ਵੀ ਜਿਹੜੀ ਸਿਆਸਤ ਹੈ ਪਿਛਲੇ 1 ਮਹੀਨੇ ਤੋਂ ਅਸੀਂ ਦੇਖ ਰਹੇ ਹਾਂ, ਸਾਡੇ ਜਿਹੜੀ ਬੁੱਧ ਕੰਗਾਲੀ ਦਾ ਦ੍ਰਿਸ਼ ਹੈਗਾ, ਕੋਈ ਇੱਥੇ ਉਹ ਐਥਿਕਸ ਦੀ ਗੱਲ ਤਾਂ ਹੈ ਨਹੀਂ ਗੀ। ਤੇ ਇਹਦੇ ਵਿੱਚ ਜਿਹੜਾ ਖਾਲਸਾ ਏਡ ਦੇ ਉੱਤੇ ਹੋਏ ਹੈ ਜਾਂ ਉਹਨਾਂ ਜਿਸ ਤਰ੍ਹਾਂ ਦੇ ਪ੍ਰਤੀਕਰਮ ਆ ਰਹੇ ਹੈ, ਉਹ ਸਾਡੇ ਸਾਰਿਆਂ ਦੇ ਸਾਹਮਣੇ ਹੈ। ਖਾਲਸਾ ਏਡ ਨੇ ਇਕੱਲੇ ਪੰਜਾਬ 'ਚ ਨਹੀਂ, ਸਾਰੇ ਵਰਲਡ ਦੇ ਵਿੱਚ ਇੱਕ
ਸਿੱਖਾਂ ਦੀ ਕ੍ਰੈਡੀਬਿਲਿਟੀ ਜਿਹੜੀ ਸੰਸਥਾ ਹੈਗੀ ਹੈ, ਜਿਹੜੀ ਸਾਡੀ ਸਰਕਾਰੀ ਸੰਸਥਾ ਹੈ ਰੈੱਡ ਕਰਾਸ, ਉਹਦੇ ਨਾਲੋਂ ਵੀ ਵੱਧ ਕੇ ਕੰਮ ਕੀਤਾ ਆ ਜਾਂ ਕ੍ਰੈਡੀਬਿਲਿਟੀ ਦੇ ਵਿੱਚ ਉਹਨਾਂ ਨੇ ਥਾਂ ਬਣਾਇਆ। ਸਿੱਖਾਂ ਦਾ ਖਾਸ ਕਰਕੇ ਸਤਿਕਾਰ ਹੈ ਜਿਹੜਾ ਉਹ ਸਾਰੇ ਸੰਸਾਰ ਦੇ ਉੱਤੇ ਇੱਕ ਨਵੇਂ ਨਜ਼ਰੀਏ ਤੋਂ ਸਿੱਖੀ ਦਾ ਜਿਹੜਾ ਸੇਵਾ ਦਾ ਸੰਕਲਪ ਹੈ ਉਹਨੂੰ ਸਾਹਮਣੇ ਉਜਾਗਰ ਕੀਤਾ ਸੀਗਾ। ਤੇ ਇਹਦੇ ਵਿੱਚ ਜੇ ਕੋਈ ਗੜਬੜ ਹੈਗੀ ਆ ਫੰਡ ਨੂੰ ਲੈ ਕੇ ਜਾਂ ਕੋਈ ਵੀ ਆ, ਉਹਦੀ ਪਾਰਦਰਸ਼ਤਾ ਤੇ ਹੋਣੀ ਚਾਹੀਦੀ, ਉਹਦੇ 'ਚ ਕੋਈ ਦੋ ਰਾਹ ਨਹੀਂ ਆ। ਲੇਕਿਨ ਜਿਸ ਤਰ੍ਹਾਂ ਇਹ ਕੀਤਾ, ਜਿਸ ਤਰ੍ਹਾਂ ਇਹ ਹੈਗਾ ਆ, ਇਹ ਐਕਟ ਦੇ ਵਿੱਚ ਅਸੀਂ ਜਾਣਦੇ ਕਿ ਇਹਦੇ ਵਿੱਚ ਬਹੁਤ ਸਾਰੇ ਵਲੰਟੀਅਰ ਹੈ ਜਿਹੜੇ ਛੁੱਟੀਆਂ ਲੈ ਕੇ, ਸਰਕਾਰੀ ਮੁਲਾਜ਼ਮ ਜਿਹੜੇ ਆ ਉਹ ਵੀ ਛੁੱਟੀਆਂ ਲੈ ਕੇ ਸੇਵਾ ਕਰਨ ਨੂੰ ਜਾਂਦੇ, ਆਪਣਾ ਧੰਨਵਾਦ ਸਮਝਦੇ ਆ, ਤੇ ਉਹਨਾਂ ਦਾ ਮਨੋਬਲ ਇੱਕੋ ਦਮ ਡਿੱਗ ਰਿਹਾ ਹੈ ਜਦੋਂ ਇਸ ਤਰ੍ਹਾਂ ਦਾ ਉਹ ਘੱਟੋ ਘੱਟ ਉਹਨਾਂ ਵਾਸਤੇ ਬਹੁਤ ਜਿਹੜੀ ਸਥਿਤੀ ਮਾੜੀ ਬਣ ਜਾਂਦੀ ਹੈ। ਤੇ ਇਹਦੇ ਵਿੱਚ ਜਿਸ ਤਰ੍ਹਾਂ ਪਹਿਲਾਂ ਗਿਆ ਕਿ ਇਹ ਆਪਣੇ ਜਿਹੜੇ ਕਿਉਂਕਿ ਅਸੀਂ ਸਾਰੇ ਜਾਣਦੇ ਪੰਜਾਬ ਦੇ ਵਿੱਚ ਬਹੁਤ ਸਾਰੇ ਐਵੇਂ ਦੇ ਲੀਡਰ ਸੀ ਜਿਨ੍ਹਾਂ ਦੇ ਬਹੁਤ ਵੱਡੇ ਦੋਸ਼ ਲੱਗਦੇ ਸੀਗੇ ਕਰਪਸ਼ਨ ਦੇ, ਤੇ ਉਹਨਾਂ ਬਾਰੇ ਬੀਜੇਪੀ ਦੇ ਲੀਡਰਾਂ ਨੇ ਕਿਹਾ ਵੀ ਸੀਗਾ, ਲੇਕਿਨ ਪਾਰਟੀ ਬਦਲ ਕੇ ਇਹਨਾਂ ਦੇ ਪੱਲੇ ਗਏ ਤੇ ਉਹ ਸਾਰੀ ਜਿਹੜੇ ਏਜੰਸੀਆਂ ਨੇ ਉਹ ਹੋਰ ਤਰ੍ਹਾਂ ਜਿਹੜਾ ਆ ਉਹ ਵਿਹਾਰ ਕਰਨ ਲੱਗ ਜਾਂਦੀਆਂ ਨੇ। ਤੇ ਇਹਦੇ ਕਰਕੇ ਜਿਹੜੀਆਂ ਸਾਡੀਆਂ ਜਿਹੜੀਆਂ ਵੱਡੀਆਂ ਏਜੰਸੀਆਂ ਨੇ ਉਹਨਾਂ ਦੀ ਭੂਮਿਕਾ ਵੀ ਸ਼ੱਕੀ ਬਣ ਜਾਂਦੀ ਹੈ। ਜਿਸ ਤਰ੍ਹਾਂ ਸੁਪਰੀਮ ਕੋਰਟ ਨੇ ਵੀ ਪਿੱਛੇ ਜੇ ਆਪਣਾ ਉਹਨਾਂ ਦੇ ਪ੍ਰਤੀਕਰਮ ਦਿੱਤੇ ਸੀਗੇ। ਸੋ ਇਸ ਤਰ੍ਹਾਂ ਸਾਡੇ ਸਾਹਮਣੇ ਆ ਸਾਰਾ ਕੁਝ ਇਹਦਾ ਜਿੰਨਾ ਵੀ, ਕਿਉਂਕਿ ਸਾਡੇ ਸਾਹਮਣੇ ਇੱਕ ਵੱਡੀ ਗੱਲ ਦੇਖਣੀ ਜਿਹੜੀ ਸੋਚਣ ਵਾਲੀ ਹੈ ਕਿ ਪੰਜਾਬ ਦੇ ਵਿੱਚ 16,000 ਰਿਕਾਰਡਡ ਕਿਸਾਨ ਮਜ਼ਦੂਰਾਂ ਦੀ ਜਿਹੜੀ ਆਤਮ ਹੱਤਿਆ ਹੋਈਆਂ ਨੇ। ਸਾਡਾ ਕੋਈ ਵੀ ਪੋਲੀਟੀਕਲ ਲੀਡਰ, ਕੋਈ ਵੀ ਧਿਰ ਉਹਨਾਂ ਦੇ ਘਰ ਉਹਨਾਂ ਦੇ ਜਾ ਕੇ ਨਹੀਂ ਖੜੀ, ਉਹਨਾਂ ਦੇ ਕਿਸੇ ਨੇ ਉਹਨਾਂ ਦਾ ਅਸਲੀ ਸਾਰ ਨਹੀਂ ਲਈ। ਖਾਲਸਾ ਏਡ ਹੈ ਜਿਨ੍ਹਾਂ ਨੇ ਉਹਨਾਂ ਨੂੰ ਘਰ ਬਣਾ ਕੇ ਦਿੱਤੇ ਨੇ, ਉਹਨਾਂ ਦਾ ਜਿਹੜਾ ਉਹਨਾਂ ਦੀ ਸਾਰ ਲਈ ਹੈ। ਜੇ ਸਕੂਲ, ਸਰਕਾਰੀ ਸਕੂਲਾਂ ਦੀ ਬਿਲਡਿੰਗਾਂ ਬਣਾ ਕੇ ਦਿੱਤੀਆਂ ਨੇ, ਜਿਹੜੇ ਸੰਸਥਾ ਕੁਝ ਕਰ ਰਹੀ ਹੈਗੀ ਆ। ਜਦੋਂ ਪੰਜਾਬ ਦੇ ਵਿੱਚ ਪੰਜਾਬ ਦਾ ਇੱਕ ਉਜਾੜਾ ਹੋ ਰਿਹਾ ਲਗਾਤਾਰ, ਵੱਡੀ ਗਿਣਤੀ ਦੇ ਵਿੱਚ ਪੰਜਾਬ ਤੋਂ ਪ੍ਰਵਾਸ ਬਾਹਰ ਜਾ ਰਿਹਾ, ਪੈਸਾ ਪੰਜਾਬ 'ਚ ਕਦੀ ਜਿਹੜਾ ਆਉਂਦਾ ਸੀਗਾ ਪੰਜਾਬ ਦੀ ਡਿਵੈਲਪਮੈਂਟ 'ਚ ਹਿੱਸਾ ਪਾਉਂਦਾ ਸੀ ਬਾਹਰੋਂ, ਉਹ ਇਸ ਟਾਈਮ ਬੰਦ ਹੋ ਚੁੱਕਿਆ। ਪੰਜਾਬ ਦਾ ਪੈਸਾ, ਪੰਜਾਬ ਦੀ ਜਵਾਨੀ, ਪੰਜਾਬ ਦਾ ਬ੍ਰੇਨ ਡਰੇਨ ਹੋ ਰਿਹਾ। ਉਸ ਹਾਲਾਤਾਂ ਦੇ ਵਿੱਚ ਖਾਲਸਾ ਏਡ ਰਾਹੀਂ ਜੇ ਕਿਤੋਂ ਕੋਈ ਪੈਸਾ ਪੰਜਾਬ 'ਚ ਆ ਕੇ ਇਨਵੈਸਟ ਹੋ ਰਿਹਾ ਹੈ ਤਾਂ ਉਹ ਪੰਜਾਬ ਵੀ ਇਹ ਦੇਸ਼ ਦਾ ਹਿੱਸਾ ਆ। ਬੀਜੇਪੀ ਨੂੰ ਚੰਗੀ ਤਰ੍ਹਾਂ ਸੋਚ ਲੈਣਾ ਚਾਹੀਦਾ ਹੈ ਕਿ ਪੰਜਾਬ ਕੋਈ ਤੁਹਾਡੇ ਨਾਲ ਵੱਖਰਾ ਸਟੇਟ ਨਹੀਂ ਹੈਗਾ, ਇਹ ਦੇਸ਼ ਦਾ ਹੀ ਹੈ। ਜੇਕਰ ਆ ਕੇ ਇੱਥੇ ਪੈਸਾ ਕਿਸੇ ਤਰ੍ਹਾਂ ਵੀ ਲੱਗ ਰਿਹਾ ਹੈਗਾ ਆ ਤਾਂ ਤੁਹਾਡੇ ਦੇਸ਼ ਦੇ ਵਿੱਚ ਹੀ ਲੱਗ ਰਿਹਾ, ਕਿ ਬਾਹਰ ਨਹੀਂ ਲੱਗ ਰਿਹਾ। ਇਸ ਨੂੰ ਪੋਜ਼ਿਟਿਵ ਰੂਪ ਦੇ ਵਿੱਚ ਲੈਣਾ ਚਾਹੀਦਾ ਆ। ਔਰ ਇਸ ਵਕਤ ਆਫਤ ਦੇ ਮੌਕੇ ਤਾਂ ਐਵੇਂ ਦੀਆਂ ਬਿਲਕੁਲ ਵੀ ਜਿਹੜੀਆਂ ਕਾਰਵਾਈਆਂ, ਸਰਗਰਮੀਆਂ ਜਿਸ ਤਰ੍ਹਾਂ ਦੀਆਂ ਕੀਤੀਆਂ ਜਾ ਰਹੀਆਂ ਵੱਖ-ਵੱਖ ਏਜੰਸੀਆਂ ਵੱਲੋਂ, ਇਹ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ। ਇਹਨਾਂ ਤੋਂ ਜਿਹੜਾ ਆ ਬਚਣਾ ਚਾਹੀਦਾ ਹੈ। ਔਰ ਇਹਦੇ ਵਿੱਚ ਤਾਂ ਘੱਟੋ ਘੱਟ ਆਪਣਾ ਜਿਹੜਾ ਹਰੇਕ ਬੰਦੇ ਨੂੰ ਕੁਦਰਤੀ ਆਫਤਾਂ ਵੇਲੇ ਆਪਣਾ ਯੋਗਦਾਨ ਪਾਉਣਾ ਚਾਹੀਦਾ। ਪੋਲੀਟੀਕਲ ਬੰਦਿਆਂ ਨੂੰ ਵੀ, ਪੋਲੀਟੀਕਲ ਧਿਰਾਂ ਨੂੰ ਵੀ ਸਮਝ ਲੈਣਾ ਚਾਹੀਦਾ ਹੈ ਕਿ ਪੰਜਾਬ ਦੇ ਵਿੱਚ ਸਿਆਸਤ ਹੋਰ ਮੌਕਿਆਂ ਤੇ ਹੋ ਸਕਦੀ ਆ। ਇਹ ਇਕਜੁੱਟ ਹੋ ਕੇ ਇਸ ਤਰ੍ਹਾਂ ਦੀਆਂ ਕਾਰਵਾਈਆਂ ਦੇ ਜਿਹੜੇ ਅਫੀਸ਼ੀਅਲ ਨਿੰਦਾ ਤੱਕ ਸੀਮਿਤ ਨੇ ਨਾ, ਪੋਲੀਟੀਕਲੀ ਐਵੇਂ ਦਾ ਦਬਾਅ ਬਣਾਉਣਾ ਚਾਹੀਦਾ ਹੈ ਕਿ ਇਹ ਐਵੇਂ ਦੇ ਜਿਹੜੀਆਂ ਏਜੰਸੀਆਂ ਨੇ ਇਹਨਾਂ ਦੇ ਕੋਈ ਵੀ ਹਾਕਮ ਸਰਕਾਰ ਦੁਰਉਪਯੋਗ ਨਾ ਕਰ ਸਕੇ। ਠੀਕ ਹੈ ਗੋਸ਼ਾ ਜੀ, ਗੱਲ ਇਹ ਹੈ ਕਿ ਜਿਵੇਂ ਤੁਸੀਂ ਜ਼ਿਕਰ ਛੇੜਿਆ ਸੀਗਾ, ਜਿਹੜਾ ਕਿ ਸਵਾਲ ਮੈਂ ਖੁਸ਼ਹਾਲ ਜੀ ਕੋਲੇ ਪੁੱਛਿਆ ਵੀ ਇਸ ਨੂੰ ਧਾਰਮਿਕ ਰੰਗਤ ਨਾ ਦਿੱਤੀ ਜਾਵੇ। ਮੇਰੇ ਖਿਆਲ ਦੇ ਨਾਲ ਧਾਰਮਿਕ ਰੰਗਤ ਕਿਸੇ ਨੇ ਨਹੀਂ ਦਿੱਤੀ, ਪਰ ਤੁਹਾਨੂੰ ਇਸ ਤਰੀਕੇ ਦੀ ਸਮੈਲ ਕਿਉਂ ਆਈ? ਇਸ ਤਰ੍ਹਾਂ ਦੀ ਗੱਲ ਇਸ ਕਰਕੇ ਆਈ ਕਿਉਂਕਿ ਰਾਜਾ ਵੜਿੰਗ ਜੀ ਦਾ ਬਿਆਨ ਹੀ ਇਦਾਂ ਦਾ ਸੀ ਨਾ ਵੀ ਸਿੱਖਾਂ ਨਾਲ ਧੱਕੇ ਹੋ ਰਹੇ ਆ, ਘੱਟ ਕੇ ਧੱਕੇ ਹੋ ਰਹੇ, ਇਦਾਂ ਦੀ ਗੱਲ ਕਰਨੀ ਨਹੀਂ ਚਾਹੀਦੀ। ਦੇਖੋ ਅੰਮ੍ਰਿਤਾ ਜੀ ਨੇ ਆਪ 6 ਵਾਰੀ ਰੁਕ ਗਏ, ਬੋਲਦੇ ਉਹਨਾਂ ਕੋਲ ਬੋਲਿਆ ਨਹੀਂ ਗਿਆ, ਕਹਿੰਦੇ ਫਲੈਕਚੁਏਸ਼ਨ ਹੁੰਦੀ। ਹੁਣ ਗੱਲ ਇਹ ਹੈ ਖਾਲਸਾ ਏਡ ਬਿਲਕੁਲ ਜਿਹੜਾ ਖੁਸ਼ਹਾਲ ਜੀ ਨੇ ਗੱਲ ਕੀਤੀ ਹੈ ਵੀ ਕੰਟਰੀਬਿਊਸ਼ਨ ਹੈਗਾ, ਬਹੁਤ ਵੱਡਾ ਕੰਟਰੀਬਿਊਸ਼ਨ ਹੈ। ਭਾਈ ਕਨੇਜੇ ਦੇ ਰਾਹ ਤੇ ਚੱਲ ਰਹੇ, ਮੈਂ ਫਿਰ ਕਹਿ ਰਿਹਾ ਬਲੈਕ ਸ਼ੀਪ ਰਲ ਜਾਂਦੀਆਂ, ਉਹ ਜਾਂਚ ਦਾ ਵਿਸ਼ਾ ਹੈ। ਹੁਣ ਮੈਂ ਧਰਮ ਨਾਲ ਕਿਉਂ ਇਹਨਾਂ ਨੇ ਧਰਮ ਨਾਲ ਜੋੜਿਆ, ਅਸੀਂ ਨਹੀਂ ਜੋੜਿਆ। ਮੈਂ ਤਾਂ ਜਵਾਬ 84 ਦਾ ਦਿੱਤਾ। ਇਹ ਕਹਿੰਦੇ ਵੀ ਪਿਛਲੀਆਂ ਚੀਜ਼ਾਂ ਭੁੱਲ ਜਾਓ, ਅਸੀਂ ਮੁਗਲਾਂ ਨੂੰ ਨਹੀਂ ਭੁੱਲ ਸਕਦੇ, ਅਸੀਂ 47 ਦੇ ਦੁਸ਼ਮਣਾਂ ਨੂੰ ਭੁੱਲ ਸਕਦੇ ਹਾਂ, ਤੇ ਨਾ ਹੀ ਇਹ 84 ਦੇ ਭੁੱਲਣ ਵਾਲੀ ਚੀਜ਼ ਨਹੀਂ ਹੁੰਦੀ। ਇਹ ਕਹਿਣਾ ਬੜਾ ਸੌਖਾ ਹੁੰਦਾ, ਤੇ ਇਹ ਵੀ ਪਤਾ ਵੀ ਸੱਜਣ ਕੁਮਾਰ ਨੇ ਕੀ ਕੀਤਾ, ਇਹ ਵੀ ਪਤਾ ਟਾਈਟਲਾਂ ਨੇ ਕੀ ਕੀਤਾ। ਹੁਣ ਤਾਂ ਸਜ਼ਾਵਾਂ ਹੋ ਰਹੀਆਂ ਨਾ, ਹੁਣ ਤਾਂ ਤੁਸੀਂ ਬੋਲੋ, ਚਲੋ ਛੱਡੋ। ਹੁਣ ਮੈਂ ਇਹ ਤੇ ਧਾਰਮਿਕ ਰੰਗਤ ਦੇ ਨਹੀਂ ਦੇਣਾ ਚਾਹੁੰਦਾ। ਬਬੀਹਾ ਗੈਂਗ ਤੇ ਲਗਾਮ ਲਈ ਹਰਿਆਣੇ ਦੇ ਵਿੱਚ ਰੇ ਭਾਈ 76 ਜਗ੍ਹਾ ਤੇ ਰੇਡ ਪਈ ਹੈ, ਤੇ ਉਹ ਹੋਈ ਵੀ ਹੈ। ਤੁਸੀਂ ਇਸ ਤੋਂ ਬਾਅਦ ਦੇਖ ਲਓ, ਸਿੱਧੂ ਮੂਸੇਵਾਲੇ ਦੇ ਜਿਹੜੇ ਰੈਕੀ ਕਰਨ ਵਾਲੇ ਸੀ ਭਗਵਾਨ ਸਿੰਘ ਬਦਮਾਸ਼ ਟੀਲੂ ਐਂਡ ਪਾਰਟੀ, ਉਹਨਾਂ ਤੇ ਰੇਡ ਪਈ ਹੈ। ਹੁਣ ਦੇਸ਼ ਦੇ ਵਿੱਚ ਕੱਲ ਪਿਛਲੇ ਮਹੀਨੇ 6 ਜਗ੍ਹਾ ਤੇ ਰੇਡ ਪਈ ਹੈ। ਹੁਣ ਹਰ ਚੀਜ਼ ਨੂੰ ਇੱਕ ਚੀਜ਼ ਨਾਲ ਜੋੜਦੀ ਹੈ ਵੀ ਇਹ ਧਰਮ ਨਾਲ ਨਾ। ਹਾਂ, ਅਸੀਂ ਇੱਕ ਖਾਲਸਾ ਏਡ ਦੇ ਮਾਮਲੇ ਤੇ ਸਾਰੀਆਂ ਪਾਰਟੀਆਂ ਇਕੱਠੀਆਂ ਸਟੈਂਡ ਕਰਦੀਆਂ ਵੀ ਬਿਲਕੁਲ ਖਾਲਸਾ ਏਡ ਸਹੀ ਕੰਮ ਕਰ ਰਹੀ ਹੈ, ਪਰ ਬਾਕੀ ਤਾਂ ਜਾਂਚ ਦੇ ਵਿੱਚ ਹੁੰਦਾ ਹੀ ਹੈ। ਕੱਲ ਨੂੰ ਮੇਰੇ ਤੇ ਜਿਹੜਾ ਸਵਾਲ ਤੇ ਕਿੰਤੂ ਉਹ ਸਿਰਫ ਜਸਟ ਟਾਈਮਿੰਗ ਨੂੰ ਲੈ ਕੇ ਹੋ ਰਿਹਾ। ਮੌਕਾ ਮੇਲ ਕੀ ਹੈ? ਕਦੇ ਵੀ ਸ਼ਗਨਾਂ ਦੇ ਵਿੱਚ ਬੈਂਡ ਨਹੀਂ ਪਾਏ ਜਾਂਦੇ, ਕਦੇ ਸੱਥਰਾਂ ਦੇ ਉੱਤੇ ਗੀਤ ਨਹੀਂ ਗਾਏ ਜਾਂਦੇ।
ਬਿਲਕੁਲ ਨਵਜੋਤ ਜੀ, ਜਾਖੜ ਸਾਹਿਬ ਨੇ ਕੀ ਕਿਹਾ ਵੀ ਅਸੀਂ ਇਹਦੀ ਗੱਲ ਕਰਾਂਗੇ, ਬਾਕੀ ਮੈਂ ਕਿ ਜਾਂਚ ਟਾਈਮਿੰਗ ਦੀ ਗੱਲ ਹੈ। ਹੁਣ ਇਹਦੇ ਪਿੱਛੇ ਕਾਰਨ ਕੀ ਹੈ ਤਾਂ NIA ਦੱਸ ਸਕਦੀ ਹੈ ਨਾ, ਮੈਂ NIA ਦਾ ਹਿੱਸਾ ਤਾਂ ਨਹੀਂ ਹੈਗਾ ਨਾ, ਮੈਂ ਤਾਂ ਇੱਕ ਪਾਰਟੀ ਦਾ ਹਿੱਸਾ। ਅਸੀਂ ਤਾਂ ਕਹਿ ਰਹੇ ਵੀ ਅਸੀਂ ਗੱਲ ਦੇ ਉਹਨਾਂ ਦੇ ਨਾਲ ਖੜੇ ਆ, ਗੱਲ ਹੀ ਨਹੀਂ ਕਰ ਰਹੇ। ਦੇਖੋ ਹਰ ਚੀਜ਼ ਨੂੰ ਪੋਲੀਟੀਕਲ ਬੰਦਿਆਂ ਨੂੰ ਕੀ ਚਾਹੀਦਾ ਵੀ ਗੱਲ ਕਰਨ, ਵਿਰੋਧ ਕਰਨ, ਪਰ ਚੁਟਕੀਆਂ ਨਾ ਲੈਣ ਵੀ ਹਰ ਗੱਲ ਤੇ ਚੁਟਕੀਆਂ ਲੈਂਦੇ ਆ ਵੀ ਆਪਾਂ ਚੁਟਕੀਆਂ ਕਦ ਤੱਕ ਲੈਂਦੇ ਜਾਵਾਂਗੇ ਯਾਰ। ਪੰਜਾਬ ਜੇ ਹਰਾ ਜੇ ਰੋੜਿਆ ਗੋਸ਼ਾ ਸਾਹਿਬ ਕਿਉਂ ਨਹੀਂ ਜਾਂਦੇ ਆਪਾਂ? ਗੋਸ਼ਾ ਸਾਹਿਬ ਦੂਸਰੀ ਗੱਲ ਇਹ ਵੀ ਆ, ਪਰ ਮਤਲਬ ਧਾਰਮਿਕ ਰੰਗਤ ਦੀ ਜਿਹੜੀ ਗੱਲ ਹੈ, ਰਵੀ ਸਿੰਘ ਖਾਲਸਾ ਆਪ ਆਪਣੇ ਆਪ ਨੂੰ ਕਹਿੰਦੇ ਆ ਕਿ ਅਸੀਂ ਸਿੱਖ ਹਾਂ, ਅਸੀਂ ਬਾਬੇ ਨਾਨਕ ਦੇ ਪੈਰੋਕਾਰ ਹਾਂ। ਉਹ ਆਪਣੇ ਆਪ ਨੂੰ ਕਹਿੰਦੇ ਅਸੀਂ ਉਸ ਫਿਲਾਸਫੀ ਦੇ ਉੱਤੇ ਤੁਰੇ, ਅਸੀਂ ਭਾਈ ਕਨਈਏ ਦੇ ਵਾਰਸ ਹਾਂ। ਉਹ ਆਪ ਸਿੱਖੀ ਮਾਡਲ ਦੀ ਗੱਲ ਕਰਦੇ ਆ, ਤੇ ਜ਼ਾਹਿਰ ਤੌਰ ਤੇ ਫਿਰ ਉਹ ਤਾਂ ਗੱਲ ਉਸੇ ਤਰੀਕੇ ਦੀ ਹੋਏਗੀ ਨਾ, ਉਹ ਠੋਕ ਵਜਾ ਕੇ ਕਹਿੰਦੇ ਆ। ਨਹੀਂ ਮੈਂ ਤਾਂ ਕਹਿਣਾ ਵੀ ਉਹ ਸਿੱਖ ਹੈਗੇ, ਖਾਲਸੇ ਕੋ ਤਾਂ ਖਾਲਸਾ ਮੈਂ ਵੀ ਹੈਗਾ, ਮੈਂ ਵੀ ਸਿੱਖ ਹੈਗਾ। ਇਹਦੇ ਵਿੱਚ ਤਾਂ ਕੋਈ ਦੋ ਰਾਏ ਨਹੀਂ ਹੈਗੀ। ਜਿਹੜਾ ਧਰਮ 'ਚ ਪ੍ਰਮਾਤਮਾ ਨੇ ਭੇਜਿਆ, ਦਸਮ ਪਾਤਸ਼ਾਹ ਨੇ ਜੋ ਕੀਤਾ, ਹੁਣ ਗੁਰੂ ਸਾਹਿਬ ਦਾ ਕਨਸੈਪਟ ਕੀ ਸੀਗਾ? ਸਭੇ ਸਾਂਝੀ ਵਾਲ ਕੋਈ ਨਾ ਦਿਸੇ ਬਾਹਰ ਜੀਓ, ਸਰਬ ਧਰਮ ਮੇ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ। ਕਨਸੈਪਟ ਖਾਲਸੇ ਦਾ ਕੀ ਹੈ? ਯੂਨੀਵਰਸਲ ਹੈ, ਸਮੁੱਚੀ ਦੁਨੀਆ ਨੂੰ ਸਿੱਖੀ ਦਾ ਕਨਸੈਪਟ ਮਾੜਾ ਥੋੜਾ ਹੈਗਾ। ਪਰ ਇਹਨੂੰ ਆਪਾਂ ਰੰਗਤ ਦੇ ਕੇ ਵੀ ਇਹ ਧੱਕਾ ਹੋ ਰਿਹਾ ਜੀ ਸਿੱਖਾਂ ਨਾਲ, ਜੀ ਇਹ ਫਲਾਣਾ ਹੋ ਰਿਹਾ, ਇਹ ਗਲਤ ਹੈ। ਮੈਂ ਕਹਿ ਰਿਹਾ, ਮੈਂ ਇਹ ਥੋੜਾ ਕਹਿ ਰਿਹਾ ਵੀ ਖਾਲਸਾ ਗਲਤ ਹੈ ਜਾਂ ਸਿੱਖ ਗਲਤ ਹੈ। ਹਰ ਧਰਮ ਦੇ ਬੰਦਿਆਂ ਦਾ, ਜੇ ਕ੍ਰਿਸ਼ਨ ਮਹਾਰਾਜ ਦੀ ਗੱਲ ਕਰ ਲਈਏ, ਰਾਮ ਜੀ ਦੀ ਗੱਲ ਕਰ ਲਈਏ, ਮੈਂ ਇਹਨਾਂ ਦੇ ਮੁਸਲਮਾਨਾਂ ਦੇ ਪੈਗੰਬਰ ਜੀ ਦੀ ਗੱਲ ਕਰ ਲਈਏ, ਉਹਨਾਂ ਨੇ ਕੀ ਕਿਹਾ? ਜੇਕਰ ਉਹ ਆਪਣੇ ਆਪ ਨੂੰ ਸਿੱਖ ਕਹਿੰਦੇ ਨੇ, ਔਰ ਦੂਸਰੀ ਗੱਲ ਸਾਰੀਆਂ ਪਾਰਟੀਆਂ ਇਹ ਗੱਲ ਕਹਿੰਦੀ ਹੈ ਕਿ ਧੱਕਾ ਹੋਇਆ, ਨਜਾਇਜ਼ ਹੋਈ ਹੈ, ਫਿਰ ਤਾਂ ਧੱਕਾ ਸਿੱਖ ਨਾਲ ਧੱਕਾ ਹੀ ਹੋਇਆ। ਦੇਖੋ ਮੈਂ ਕਹਿ ਰਿਹਾ, ਸਾਰੇ ਪਿਤਾ ਨੇ ਮਾਨਵਤਾ ਦੇ ਸੰਦੇਸ਼ ਇੱਕੋ ਹੀ ਦਿੱਤਾ ਵੀ ਮਾਨਵਤਾ ਦੀ ਸੇਵਾ ਕਰਨੀ ਸਭ ਤੋਂ ਵੱਡੀ ਹੈ। ਹੁਣ ਕੋਈ ਬੰਦਾ ਕਿਸੇ ਤੇ ਵੀ ਕਾਰਵਾਈ ਕਰੇ, ਉਹਨੂੰ ਕਹੀਏ ਵੀ ਇਹ ਹਿੰਦੂ ਹੈ ਤੇ ਤਾਂ ਕਾਰਵਾਈ ਹੋਈ ਹੈ, ਤੇ ਸਿੱਖ ਹੈ ਤਾਂ ਕਾਰਵਾਈ ਹੋਈ ਹੈ, ਇਹ ਗਲਤ ਹੈ। ਜੇ ਅਸੀਂ ਕਹਿ ਰਹੇ ਵੀ ਖਾਲਸਾ ਏਡ ਦੇ ਨਾਲ ਖੜੇ ਆ, ਖਾਲਸਾ ਏਡ ਚੰਗਾ ਕੰਮ ਕਰ ਰਹੀ ਆ, ਹੁਣ ਉਹਦਾ ਜਾਂਚ ਦਾ ਵਿਸ਼ੇ ਵੀ NIA ਨੇ, ਹੁਣ ਇਹ NIA ਦਾ ਜਵਾਬ ਇਹ ਅੱਜ ਨਹੀਂ ਤਾਂ ਕੱਲ ਸਾਹਮਣੇ ਸਾਰੇ ਦੇ ਆਊਗਾ, ਸਾਨੂੰ ਵੀ ਪਤਾ ਲੱਗੂ। ਅਸੀਂ ਵੀ ਚਾਹੁੰਦੇ ਹਾਂ, ਕਿਉਂਕਿ ਅਸੀਂ ਵੀ ਚਾਹਾਂਗੇ ਕਿ ਇਹਦਾ ਹਰ ਚੀਜ਼ ਦਾ ਸੱਚ ਦਾ ਪਹਿਲੂ ਬਾਹਰ ਆਉਣਾ ਚਾਹੀਦਾ। ਪਰ ਇਸ ਵਕਤ ਦੇ ਉੱਤੇ ਜਾਣ-ਬੁੱਝ ਕੇ ਚੁਟਕੀਆਂ ਲੈਣੀਆਂ, ਇਹ ਗੱਲ ਜਾਇਜ਼ ਨਹੀਂ। ਹਰ ਚੀਜ਼ 'ਚ ਸਵਾਦ ਲੈਣਾ ਨਹੀਂ ਚਾਹੀਦਾ। ਮੈਂ ਕਹਿੰਦਾ ਜੇ ਸੇਵਾ ਦੀ ਗੱਲ ਹੈ, ਤੁਸੀਂ ਵੀ ਸੇਵਾ ਕਰੋ। ਅਸੀਂ ਕਦੋਂ ਕਹਿੰਦੇ ਆ ਕਰਨੀ ਚਾਹੀਦੀ ਸੇਵਾ? ਚੁਟਕੀਆਂ ਲੈਣੀਆਂ ਠੀਕ ਨਹੀਂ। ਜੇ ਅਮਰਤਾ ਜੀ ਨੇ ਸੇਵਾ ਕਰਨਗੇ ਤੇ ਸਾਨੂੰ ਵੀ ਚੰਗਾ ਲੱਗਿਆ ਜੇ ਸੇਵਾ ਕਰ ਰਹੇ ਆ। ਠੀਕ ਹੈ, ਮੈਂ ਮੈਡਮ ਗਿੱਲ ਨੂੰ ਪੁੱਛ ਰਿਹਾ। ਮੈਡਮ ਸਿੱਧਾ ਸਵਾਲ ਹੈ, ਕਹਿੰਦੇ ਚੁਟਕੀਆਂ ਲੈਣੀਆਂ ਠੀਕ ਨਹੀਂ ਹੈਗੀਆਂ, ਸੂਟੇਬਿਲਿਟੀ ਦੀ ਪੋਲਿਟਿਕਸ ਕਰਨੀ ਬਿਲਕੁਲ ਜਾਇਜ਼ ਨਹੀਂ ਹੈ। ਜਿਹੜੀ ਮੌਕੇ ਦੀ ਗੱਲ ਆ, ਸਮੇਂ ਦੀ ਨਜ਼ਾਕਤ ਨੂੰ ਵੇਖ ਕੇ ਕਰਨੀ ਚਾਹੀਦੀ ਆ। ਮੈਨੂੰ ਤਾਂ ਸਮਝ ਨਹੀਂ ਆਉਂਦਾ ਵੀ ਧੱਕਾ ਵੀ ਇਹ ਕਰਨ ਤੇ ਕਹਿੰਦੇ ਮਾਰਨਾ ਵੀ ਹੈ, ਛਿੱਤਰ ਤੇ ਚੂੰ ਵੀ ਨਹੀਂ ਕਰਨ ਦੇਣਾ ਹੈਗਾ। ਗੋਸ਼ਾ ਜੀ ਦੀ ਸਮਝ ਨਹੀਂ ਆਈ, ਕਹਿੰਦੇ ਉਹ NIA ਦਾ ਪ੍ਰੈਰੋਗੇਟਿਵ ਆ। NIA, CBI, ED ਕਿਹਦੇ ਹੱਥਾਂ ਦੇ ਪਪੇਟਸ ਨੇ? ਕਿਹਦੇ ਹੱਥਾਂ ਦੀ? ED ਦੇ ਡਾਇਰੈਕਟਰ ਨੂੰ ਤੀਜੀ ਵਾਰ ਐਕਸਟੈਂਸ਼ਨ ਦੇਣ ਲਈ ਤਾਂ ਇਹ ਸੁਪਰੀਮ ਕੋਰਟ ਜਾਈ ਜਾਂਦੇ ਨੇ ਵੀ ਵਧੀਆ ਹੀ ਅਫਸਰ ਬਹੁਤ ਆ। ਦੂਜੀ ਗੱਲ ਹੈ, ਖਾਲਸਾ ਏਡ, ਰਵੀ ਸਿੰਘ ਖਾਲਸਾ ਸਿੱਖ ਨੁਮਾਇੰਦੇ ਨੇ, ਸਿੱਖਾਂ ਦਾ ਨਾਂ ਉੱਚਾ ਕਰ ਰਹੇ ਨੇ, ਸਿੱਖੀ ਦਾ ਸਿਧਾਂਤ ਅੱਗੇ ਲੈ ਕੇ ਜਾ ਰਹੇ ਨੇ, ਤੇ ਅਸੀਂ ਇਹ ਨਾ ਕਹੀਏ ਵੀ ਸਿੱਖਾਂ ਨਾਲ ਧੱਕਾ ਹੋ ਰਿਹਾ। ਫਿਰ ਆਪਾਂ ਕਹੀਏ ਵੀ ਰਵੀ ਸਿੰਘ ਖਾਲਸਾ ਸਿੱਖ ਨਹੀਂਗੇ, ਉਹ ਕੋਈ ਹਿੰਦੂ ਨੇ, ਕੋਈ ਮੁਸਲਮਾਨ ਨੇ, ਕੋਈ ਕ੍ਰਿਸਚਨ ਨੇ। ਅਸੀਂ ਸਿਆਸਤ ਕਰ ਰਹੇ ਹਾਂ, ਦੱਸੋ ਅਸੀਂ ਕੀ ਕਹੀਏ? ਉਹ ਗੋਸ਼ਾ ਜੀ ਦੀ ਤੇ ਮੈਨੂੰ ਸਟੇਟਮੈਂਟ ਵਿੱਚ ਕਹਿ ਦਿੰਦੇ ਨੇ ਮੈਂ ਵੀ ਸਿੱਖਾਂ, ਤਾਂ ਅਸੀਂ ਇਹੀ ਤਾਂ ਕਹਿ ਰਹੇ ਹਾਂ ਵੀ ਪੰਜਾਬ ਦੇ ਨਾਲ ਸਿੱਖਾਂ ਨਾਲ ਥਾਂ ਥਾਂ ਤੇ ਧੱਕਾ ਹੋ ਰਿਹਾ ਹੈ। ਹੋਰ ਦੱਸੋ ਕਿਹੜੀ NGO ਇਸ ਲੈਵਲ ਤੇ ਕੰਮ ਕਰਦੀ ਹੈ ਜਿਹਦੇ ਤੇ ਇਹ ਬਾਰ-ਬਾਰ ਰੇਡਸ ਹੋ ਰਹੀਆਂ ਨੇ? ਦੱਸੋ ਤਾਂ ਸਹੀ। NIA ਇਤਰਾਜ਼ ਇਸ ਗੱਲ ਦਾ ਮੈਡਮ ਗਿੱਲ ਜੀ, ਉਹਨਾਂ ਨੂੰ ਇਤਰਾਜ਼ ਇਸ ਗੱਲ ਦਾ ਹੈ, ਉਹ ਕਹਿੰਦੇ ਆ ਵੀ ਠੀਕ ਹੈ ਕਾਂਗਰਸ ਅੱਜ ਸਿੱਖਾਂ ਦੇ ਮਸਲੇ ਤੇ ਬੋਲੀ ਹੈ, ਕਾਂਗਰਸ ਦੇ ਪ੍ਰਧਾਨ ਇਸ ਗੱਲ ਤੇ ਬੋਲੇ, ਪਰ ਜਦੋਂ ਗੱਲ ਟਾਈਟਲਰ ਦੀ ਆਉਂਦੀ ਹੈ, ਜਦੋਂ ਗੱਲ 84 ਕਤਲੋਗਾਰਤ ਦੇ ਮੁਲਜ਼ਮਾਂ ਦੀ, ਦੋਸ਼ੀਆਂ ਦੀ ਆਉਂਦੀ ਹੈ, ਵੀ ਉਦੋਂ ਜ਼ਬਾਨ ਕਿਉਂ ਸਿਉਂਤੀ ਜਾਂਦੀ ਹੈ? ਜੋ 84 ਦੇ ਵਿੱਚ ਹੋਇਆ ਉਸ ਤੋਂ ਨਿੰਦਨਯੋਗ ਹੈ ਨਹੀਂ। ਅਸੀਂ ਪਾਰਲੀਮੈਂਟ ਦੇ ਵਿੱਚ ਵੀ ਡਾਕਟਰ ਮਨਮੋਹਨ ਸਿੰਘ ਜੀ ਨੇ ਵੀ ਉਸ ਦਾ ਮਾਫੀਨਾਮਾ ਮੰਗਿਆ ਸੀਗਾ, ਸਾਰਿਆਂ ਨੇ ਮੰਗਿਆ, ਔਰ ਕੋਈ ਅਸੀਂ ਕਾਂਗਰਸੀ ਆ ਜਾਂ ਕੋਈ ਵੀ ਨਹੀਂ ਕਹਿੰਦੇ ਵੀ 84 ਚੰਗਾ ਸੀਗਾ, ਬਹੁਤ ਮਾੜਾ ਸੀਗਾ, ਇਸ ਤੋਂ ਮਾੜਾ ਨਹੀਂ ਹੋ ਸਕਦਾ ਹੈਗਾ। ਹੁਣ
ਦੱਸੋ ਅਸੀਂ ਜੇ ਤਾਂ 84 ਚ ਵਾਪਸ ਜਾ ਕੇ ਪਰ ਗੱਲ ਇਹ ਆ ਗੱਲ ਤੁਹਾਡੇ ਤੇ ਨਹੀਂ ਤੁਹਾਡਾ ਸਵਾਲ ਇਹ ਉੱਠਦਾ ਹੈ ਵੀ ਸਿਰਫ ਮਾਫੀ ਮੰਗਣ ਤੋਂ ਬਾਅਦ ਵੀ ਜਿਹੜੇ ਬਾਕੀ ਜਿਹੜੇ ਮੁਲਜ਼ਮ ਨੇ ਪਾਰਟੀ ਉਹਨਾਂ ਨੂੰ ਮਾਣ ਸਨਮਾਨ ਵੀ ਪੈਰਲਲ ਨਾਲ ਉਨਾ ਹੀ ਦਿੰਦੀ ਹੈ, ਮੁੜ ਤੇ ਉਹਨਾਂ ਨੂੰ ਕਮੇਟੀਆਂ ਦੇ ਵਿੱਚ ਲੈਂਦੀ ਹੈ, ਉਹਨਾਂ ਨੂੰ ਪਾਵਰ ਦੇ ਵਿੱਚ ਰੱਖਦੀ ਹੈ ਕਾਂਗਰਸ। ਇੱਕ ਮਿੰਟ ਇਹਦੇ ਵਿੱਚ ਨਾ ਮੈਂ ਇੱਕ ਗੋਸ਼ਾ ਜੀ ਨੂੰ ਗੱਲ ਯਾਦ ਕਰਾ ਦਾਂ ਵੀ ਅਡਾਨੀ ਜੀ ਤੇ ਵਾਜਪਾਈ ਜੀ ਨੇ ਪਾਰਲੀਮੈਂਟ 'ਚ ਕਿਹਾ ਸੀ ਵੀ ਅਸੀਂ ਬਹੁਤ ਇੰਨਾ ਪ੍ਰੈਸ਼ਰ ਪਾਇਆ, ਮਜਬੂਰ ਕੀਤਾ ਆਹ 84 ਕਰਨ ਦੇ ਲਈ। ਤੋ ਗੱਲ ਦੇਖੋ ਨਵਜੋਤ ਦੀ ਪਾਸਟ ਬਿਲਕੁਲ ਟੋਟਲੀ ਰੋਂਗ ਇਹ ਪੜ ਕੇ ਆਣ ਨਹੀਂ ਤਾਲੀਬਾਨ ਸਾਹਿਬ ਮੈਨੂੰ ਇਤਰਾਜ਼ ਹੈ, ਮੈਂ ਚੈਲੰਜ ਕਰਦਾ ਇਹਨਾਂ ਨੂੰ, ਮੈਂ ਚੈਲੰਜ ਕਰਦਾ ਤੁਹਾਨੂੰ। ਤੁਸੀਂ ਕਿਹਾ ਪਾਰਲੀਮੈਂਟ 'ਚ, ਮੈਂ ਚੈਲੰਜ ਕਰਦਾ ਤੁਸੀਂ ਲਿਆ ਕੇ ਦਿਖਾਓ, ਮੈਂ ਚੈਲੰਜ ਕਰਦਾ ਤੁਹਾਨੂੰ, ਜਾਓ ਚੈਲੰਜ ਕਰਦਾ। 71 ਦੇ ਜੰਗ ਦੇ ਵਾਸਤੇ ਕਿਹਾ ਸੀ, ਤੁਹਾਨੂੰ ਪਤਾ ਹੀ ਨਹੀਂਗਾ, ਤੁਸੀਂ ਪੜ ਕੇ ਲੈ ਕੇ ਆਓ, ਪੜ ਲੈ ਕੇ ਆਓ। ਗਲਤ ਅੰਮ੍ਰਿਤਾ ਜੀ, ਮੈਂ ਤੁਹਾਡੀ ਇੱਜ਼ਤ ਕਰਦਾ ਪਰ ਇਹਦਾ ਮਤਲਬ ਇਹ ਨਹੀਂ ਤੁਸੀਂ ਝੂਠ ਬੋਲੀ ਜਾਓਗੇ, ਮੈਂ ਤਾਇਦ ਨੋ ਰੋਂਗ ਚੱਲ ਕੇ ਨਾ ਆਪਾਂ ਇਸ ਵਿਸ਼ੇ ਮੇਰੀ ਗੱਲ ਤਾਂ ਸੁਣੋ, ਇਸ ਗੱਲ ਤੇ ਦੇਖੋ ਮੇਰੀ ਗੱਲ ਸੁਣੋ ਗੋਸ਼ਾ ਜੀ ਆਪਾਂ ਇਸ ਗੱਲ ਤੇ ਇਸ ਗੱਲ ਦੇ ਉੱਤੇ ਬਹਿਸ ਨਾ ਕਰੀਏ, ਠੀਕ ਹੈ ਕੋਈ ਗੱਲ ਗਾਹੇ ਬਗਾਹੇ ਹੋ ਸਕਦੀ ਹੈ। ਨਹੀਂ ਗੋਸ਼ਾ ਜੀ ਗੱਲ ਇਹ ਹੈ ਵੀ ਇਸ ਗੱਲ ਦਾ ਜ਼ਿਕਰ ਤਾਂ ਖੈਰ ਅਡਵਾਨੀ ਜੀ ਨੇ ਕੀਤਾ, ਭਾਵਾਂ ਦੀ ਉਹਨਾਂ ਨੇ ਮਾਈ ਕੰਟਰੀ ਮਾਈ ਲਾਈਫ ਜਿਹੜੀ ਉਹਨਾਂ ਦੀ ਆਟੋਬਾਇਓਗ੍ਰਾਫੀ ਹੈ ਉਹਦੇ ਵਿੱਚ ਜ਼ਿਕਰ ਕੀਤਾ ਨਹੀਂ ਉਹ, ਪਰ ਜਿਹੜੀ ਗੋਸ਼ਾ ਜੀ ਗੱਲ ਕਹਿ ਰਹੇ ਆ ਸ਼ਾਇਦ ਉਹਨਾਂ ਨੂੰ ਇਸ ਕਰਕੇ ਇਤਰਾਜ਼ ਹੈ ਵੀ ਪਾਰਲੀਮੈਂਟ ਦੇ ਵਿੱਚ ਇਸ ਗੱਲ ਦੀ ਜ਼ਿਕਰ ਚਰਚਾ ਨਹੀਂ ਹੋਇਆ ਹੈਗਾ, ਇਹੀ ਗੱਲ ਕਹਿ ਰਹੇ ਹੋ ਗੋਸ਼ਾ ਜੀ? ਉਹਦੀ ਕਲਿੱਪਿੰਗ ਹੈਗੀ ਆ ਪਾਰਲੀਮੈਂਟ 'ਚ ਇਹਨਾਂ ਨੇ ਕਿਹਾ ਜੀ, ਸੁਣ ਲਓ ਮੇਰੀ ਗੱਲ ਸੁਣੋ ਜੀ ਨਹੀਂ ਗੋਸ਼ਾ ਜੀ ਦਾ ਮੈਂ ਅੰਮ੍ਰਿਤਾ ਜੀ ਸੁਣ ਲਓਗੇ ਗੱਲ, ਚਲੋ ਉਹਨਾਂ ਦੀ ਗੱਲ ਪੂਰੀ ਹੋ ਜਾਣ ਦੇ ਗੋਸ਼ਾ ਜੀ, ਫਿਰ ਤੁਸੀਂ ਆਪਣੇ ਚਲੋ ਬੋਲੋ ask him to be quiet। ਔਰ ਮੈਂ ਤੁਹਾਨੂੰ ਕਹਿਣਾ ਚਾਹੁੰਦੀ ਆ ਵੀ ਰਾਈਟ ਨਾਓ ਜੋ ਬੀਜੇਪੀ ਧੱਕਾ ਕਰ ਰਹੀ ਹੈ, ਜੋ ਖਾਲਸਾ ਏਡ ਨਾਲ ਧੱਕਾ ਕਰ ਰਹੀ ਹੈ, ਜੋ ਪਹਿਲਾਂ ਪੰਜਾਬ ਦੇ ਨਾਲ ਧੱਕਾ ਹੋਇਆ ਆਪਾਂ ਬਾਰਡਰਾਂ ਤੇ ਬੈਠੇ, ਜੋ ਹੋ ਰਿਹਾ ਸਾਰੇ ਕਿਤੇ, ਉਸ ਚੀਜ਼ ਦੀ ਨਿੰਦਾ ਕਰਨੀ ਬਣਦੀ ਹੈ, ਉਸ ਚੀਜ਼ ਤੇ ਆਪਾਂ ਡਿਬੇਟ ਕਰੀਏ। ਪਾਸਟ ਦੇ ਵਿੱਚ ਜੋ ਹੋਇਆ ਉਹਦੇ ਲਈ ਹਰ ਜਗ੍ਹਾ ਤੇ ਮਾਫੀਆਂ ਪਈਆਂ ਨੇ, ਜੇ ਹਰ ਚੀਜ਼ ਦੇ ਵਿੱਚ ਆਪਾਂ ਪਾਸਟ ਲਿਆਵਾਂਗੇ। ਮੈਂ ਪੁੱਛਣਾ ਚਾਹੁੰਦੀ ਆ, ਬੀਜੇਪੀ ਕਹਿ ਦਿੰਦੀ ਹੈ ਵੀ ਪਾਸਟ 'ਚ ਕੁਝ ਨਹੀਂ ਹੋਇਆ, ਦੇਸ਼ ਨੇ ਤਰੱਕੀ ਨਹੀਂ ਕੀਤੀ। ਜਦੋਂ ਵਰਲਡ ਇਕਨੋਮਿਕ ਕ੍ਰਾਈਸਿਸ ਸੀ ਇੰਡੀਆ ਉਦੋਂ ਵੀ 2008 ਦੇ ਵਿੱਚ ਇਕਨੋਮਿਕਲੀ ਗਰੋ ਨਹੀਂ ਕਰ ਰਿਹਾ ਸੀਗਾ, ਕਿਉਂਕਿ ਉਦੋਂ ਕਾਂਗਰਸ ਸੀ ਨਾ। ਤੇ ਹੁਣ ਜੋ ਇੰਡੀਆ ਦੇ ਹਾਲਾਤ ਨੇ, ਸਾਰਾ ਕੁਝ ਵੇਚ ਵੱਟ ਰਹੇ ਨੇ, ਇੰਨੇ 에ਅਰਪੋਰਟ ਵੇਚਤੇ, ਸਾਰਾ ਕੁਝ ਉਹ ਕਿਹਨੇ ਬਣਾਇਆ ਸੀਗਾ? ਮੋਦੀ ਜੀ ਨੇ ਬਣਾਇਆ ਸੀਗਾ। ਤੋ ਹਰ ਚੀਜ਼ ਦੇ ਵਿੱਚ ਤੁਸੀਂ ਪਾਸਟ ਨੂੰ ਪ੍ਰੈਜ਼ੈਂਟ ਦੇ ਵਿੱਚ ਲੈ ਆਓ। ਅੱਜ ਦੇ ਟਾਈਮ ਦੇ ਵਿੱਚ ਖਾਲਸਾ ਏਡ ਦੀ ਗੱਲ ਹੈ ਤੇ ਖਾਲਸਾ ਏਡ ਦੇ ਟੌਪਿਕ ਤੇ ਆਪਾਂ ਰਹੀਏ ਤਾਂ ਜ਼ਿਆਦਾ ਭਾਵੇਂ ਹੈ ਵੀ ਪ੍ਰੈਜ਼ੈਂਟ ਸਿਚੁਏਸ਼ਨ ਨੂੰ ਪਾਸਟ ਨਾਲ ਕੰਪੇਅਰ ਕਰਕੇ ਉਹਨੂੰ ਖਤਮ ਨਹੀਂ ਕੀਤਾ ਜਾ ਸਕਦਾ। ਠੀਕ ਹੈ ਖੁਸ਼ਹਾਲ ਜੀ, ਮੈਂ ਗੋਸ਼ਾ ਜੀ ਆਉਣਾ 1 ਮਿੰਟ ਲਈ ਆਉਣਾ ਮੈਂ ਗੱਲ, ਕਿਉਂਕਿ ਗੱਲ ਜਿਹੜੀ ਜਿਸ ਤਰੀਕੇ ਤੁਰੀ ਹੈ ਖੁਸ਼ਹਾਲ ਜੀ, ਜਿਹੜਾ ਅੰਮ੍ਰਿਤ ਗਿੱਲ ਹੋਰੀ ਕਹਿ ਰਹੇ ਆ ਕਿ ਵੀ ਅਸੀਂ ਜੋ ਪਿੱਛੇ ਹੋ ਗਿਆ ਉਹਨੂੰ ਨਾ ਵੇਖੀਏ, ਉਹਦੀਆਂ ਮੁਆਫੀਆਂ ਵੀ ਪਈਆਂ ਨੇ ਤੇ ਨਾਲੇ ਹੁਣ ਹੋ ਗਿਆ। ਕਿ ਜੇਕਰ ਅਸੀਂ ਗੱਲਾਂ ਨੂੰ ਇਸੇ ਤਰੀਕੇ ਨਾਲ ਤਲਾਂਜਲੀ ਦਿੰਦੇ ਆ ਜਾਂ ਉਹਨਾਂ ਨੂੰ ਸੰਦੂਖੜੀਆਂ ਦੇ ਵਿੱਚ ਸਾਂਭ ਕੇ ਰੱਖਣ ਲਈ ਮਜਬੂਰ ਆਵਾਮ ਨੂੰ ਕਰਦੇ ਆ ਜਾਂ ਕਿਸੇ ਨੂੰ ਕਰਦੇ ਆ, ਕਿ ਭਵਿੱਖ ਦੇ ਵਿੱਚ ਹੋਣ ਵਾਲੀਆਂ ਘਟਨਾਵਾਂ ਇੱਥੋਂ ਹੀ ਜੜਾਂ ਲਾਉਂਦੀਆਂ ਨੇ ਜਾਂ ਇਹ ਗਲਤ ਹੈ ਗੱਲ? ਧਾਲੀਵਾਲ ਸਾਹਿਬ ਜੀ, ਅਸੀਂ ਸਾਰੇ ਹੀ ਦੇਖਦੇ ਹਾਂ ਕਿ ਇਹਦਾ ਜਿਹੜਾ ਮੁੱਢ ਹੈਗਾ ਇਸ ਕਿਸਮ ਦੀ ਸਿਆਸਤ ਦਾ, ਉਹ ਸੰਨ 47 'ਚ ਵੱਜਦਾ ਆਇਆ ਸੀ। ਪੰਜਾਬ ਨੇ ਹੰਡਾਇਆ, ਪੰਜਾਬ ਦਾ 10 ਲੱਖ ਜਿਹੜੇ ਲੋਕ ਉਸ ਸਿਆਸਤ ਦੀ ਭੇਟ ਚੜੇ ਹੈ, ਉਹ ਅਸੀਂ ਸਾਰਿਆਂ ਨੇ ਦੇਖਿਆ। ਉਹਦਾ ਪੰਜਾਬੀਆਂ ਨਾਲੋਂ ਵੱਧ ਕੋਈ ਕਿਸੇ ਨੇ ਸਫਰ ਨਹੀਂ ਕੀਤਾ ਹੈਗਾ, ਅਸੀਂ ਉਹਦੇ ਵਿਕਟਮ ਹੈਗੇ ਹਾਂ। ਲੇਕਿਨ ਜਿਸ ਤਰ੍ਹਾਂ ਦੀ ਸਿਆਸਤ 47 ਤੋਂ ਆਰੰਭ ਹੋਈ, ਉਹਦੇ ਵਿੱਚ ਕਾਂਗਰਸ ਨੂੰ ਵੀ ਦੋਸ਼ ਮੁਕਤ ਨਹੀਂ ਕੀਤਾ ਜਾ ਸਕਦਾ, ਕਿਉਂਕਿ ਉਹ ਸਾਰਾ ਕੁਝ ਸਾਹਮਣੇ ਹੈ। ਲੇਕਿਨ ਉਹਦੇ ਆਧਾਰ ਤੇ ਜਿਸ ਬੰਦੇ ਨੇ ਉਹਨੂੰ ਕੰਡੈਮ ਕਰਨਾ, ਉਹਦੇ ਕੋਲ ਮੋਰਲ ਆਧਾਰ ਕੀ ਹੈ? ਉਹ ਆਪ ਗੁਜਰਾਤ ਦੇ ਵਿੱਚ ਕੀ ਕਰਦੇ ਰਹੇ ਆ, ਜਾਂ ਸੁਪਰੀਮ ਕੋਰਟ ਨੇ ਪਿੱਛੇ ਦਿੱਲੀ ਨੂੰ ਲੈ ਕੇ ਕਿਵੇਂ ਦੀਆਂ ਟਿੱਪਣੀਆਂ ਕੀਤੀਆਂ, ਵੱਡੇ ਵੱਡੇ ਲੀਡਰਾਂ ਬਾਰੇ ਕੀਤੀਆਂ ਨੇ, ਉਹ ਕਿਸੇ ਇੱਕ ਪਾਰਟੀ। ਇਹ ਸਾਰਾ ਕੁਝ ਜਿਹੜੀ ਟੋਟਲ ਪੰਜਾਬ ਜਿਹੜੀ ਸਾਡੇ ਦੇਸ਼ ਦੀ ਸਿਆਸਤ ਹੈ, ਉਹ ਜਿਸ ਦਿਸ਼ਾ ਵੱਲ ਨੂੰ ਗਈ ਹੈ ਪਿਛਲੇ 30-40 ਸਾਲ ਤੋਂ ਜੋ ਹੋ ਰਿਹਾ, ਉਹ ਸਾਡੇ ਸਾਹਮਣੇ ਆ। ਉਹਦਾ ਜਿਹੜਾ ਵੀ ਕਾਂਗਰਸ ਨੇ ਬੀਜਿਆ ਸੀ, ਉਹ ਦਰਖਤ ਮੋਦੀ ਸਾਹਿਬ ਨੇ ਬਣਾਇਆ।
ਉਹ ਤਾਂ ਹੀ ਇਹਦੇ ਵਿੱਚ ਕਾਂਗਰਸ ਨੂੰ ਵੀ ਆਪਣੀ ਜਿਹੜੀ ਆ ਕੀਮਤ ਚੁਕਾਉਣੀ ਪਈ ਆ। ਅੱਜ ਉਹ ਦੇਸ਼ ਦੀ ਕਾਂਗਰਸ ਜਿੱਡੀ ਐਡੀ ਵੱਡੀ ਕੰਟਰੀਬਿਊਸ਼ਨ ਦੇਸ਼ ਨੂੰ ਚਲਾਉਣ ਵਿੱਚ ਸੀਗੀ, ਉਹ ਅੱਜ ਇਹ ਜੇਕਰ ਉਹਦੇ ਪੈਰ ਨਹੀਂ ਲੱਗੇ ਤੇ ਉਹਦੇ ਵਿੱਚ ਇਕੱਲੇ ਕਿਸੇ ਇੱਕ ਦਾ ਦੋਸ਼ ਨਹੀਂ। ਉਹ ਉਹਨਾਂ ਦੀ ਜਿਹੜੀ ਸਿਆਸਤ ਕੀਤੀ ਸੀ, ਉਹ ਸਿਆਸਤ ਨੇ ਹੁਣ ਜਿਸ ਤਰ੍ਹਾਂ ਦਾ ਜਿਸ ਕਿਸਮ ਦੀ ਸਾਡੇ ਸਾਹਮਣੇ ਸਿਆਸਤ ਲਿਆ ਕੇ ਰੱਖਤੀ ਹੈ, ਤੇ ਉਹਦਾ ਅਸੀਂ ਸਾਰੇ ਜਿਹੜੇ ਆ ਉਹ ਸਾਹਮਣਾ ਕਰ ਰਹੇ ਹਾਂ। ਇੰਟਰਨੈਸ਼ਨਲ ਪੱਧਰ ਤੇ ਜਿਹੜਾ ਸਾਡਾ ਇਮੇਜ ਹੈ, ਉਹ ਅਸੀਂ ਜਿਸ ਤਰ੍ਹਾਂ ਬੀਜੇਪੀ ਦੇ ਬੁਲਾਰੇ ਦੱਸ ਰਹੇ ਸੀ, ਆਪਣੇ ਆਪ ਨੂੰ ਪਾਕਿਸਤਾਨ ਦੀ ਜਿਹੜੀ ਸਿਆਸਤ ਆ ਉਹਦੇ ਨਾਲ ਕੰਪੇਅਰ ਕਰ ਰਿਹਾ। ਪਾਕਿਸਤਾਨ ਦੀ ਸਿਆਸਤ ਨਾਲ ਕਦੀ ਵੀ ਇੰਡੀਆ ਦੇ ਨਾਲ ਕੰਪੇਅਰ ਨਹੀਂ ਕੀਤਾ ਜਾ ਸਕਦਾ। ਉਹ ਤੇ ਜਿਸ ਤਰ੍ਹਾਂ ਦਾ ਦੇਸ਼ ਹੈ ਉਹ ਸਾਰਿਆਂ ਨੂੰ ਸਾਹਮਣੇ ਆ। ਉਹ ਦੇਸ਼ ਕਦੀ ਵੀ ਕਿਸੇ ਵਾਸਤੇ ਆਈਡੀਅਲ ਨਹੀਂ ਹੋ ਸਕਦਾ। ਉਹਦੇ ਨਾਲ ਭਾਰਤ ਦੇ ਜਿਹੜੀ ਹੈ ਪੋਲੀਟੀਕਲ ਸਿਸਟਮ ਹੈ, ਉਹਨੂੰ ਕੰਪੇਅਰ ਕਰਨਾ ਕਿਤੇ ਵੀ ਜਾਇਜ਼ ਨਹੀਂ ਹੈਗਾ, ਕਿਉਂਕਿ ਉਹਦਾ ਜਿਹੜਾ ਆ ਇੱਕ ਵੱਖਰਾ ਬੁਨਿਆਦ ਆ, ਉਹਦੀ ਬੁਨਿਆਦ ਹੀ ਵੱਖਰੀ ਤਰੀਕੇ ਨਾਲ ਰੱਖੀ ਗਈ ਆ। ਸੌੜੀ ਸਿਆਸਤ ਦੇ ਬੀਜ ਬੀਜੇ ਗਏ, ਉਸ ਨੂੰ ਅਸੀਂ ਪ੍ਰੈਜ਼ੈਂਟ ਸਿਚੁਏਸ਼ਨ 'ਚ ਮੰਨਫੀ ਕਰਕੇ ਨਹੀਂ ਵੇਖ ਸਕਦੇ। ਮੈਂ ਤੁਹਾਡਾ ਬਿਲਕੁਲ ਹੋਣਾ ਆ, ਕਿਉਂਕਿ ਜਿਹੜਾ ਮੋਦੀ ਸਾਹਿਬ ਜਿਸ ਤਰ੍ਹਾਂ ਜਿੱਥੇ ਦੇਖੋ ਕਾਂਗਰਸ ਕਰਦੀ ਸੌਫਟ ਹਿੰਦੂਤਵ ਦੇ ਉੱਤੇ ਸਿਆਸਤ ਕਰਦੀ ਰਹੀ ਹੈ, ਕਾਂਗਰਸ ਨੂੰ ਮੁਕਤ ਨਹੀਂ ਕੀਤਾ ਜਾਂਦਾ। ਲੇਕਿਨ ਜਿਸ ਤਰ੍ਹਾਂ ਉਹਨੂੰ ਜਿਸ ਪੱਧਰ ਤੇ ਵੀ ਉਹਨੂੰ ਦਰਖਤ ਬਣ ਗਿਆ ਹੈ ਮੋਦੀ ਦੀ ਸਿਆਸਤ ਤੇ ਆ ਕੇ, ਤੇ ਇਹ ਦੇਸ਼ ਲਈ ਬਹੁਤ ਵੱਡਾ ਖਤਰਾ ਹੈ, ਸੰਸਾਰ ਵਾਸਤੇ ਵੀ ਕਈ ਕਿਸਮ ਦੇ ਹੋਰ ਸਵਾਲ ਗੋਸ਼ਾ ਜੀ ਕੋਲ ਲੈ ਕੇ ਜਾਣਾ। ਗੋਸ਼ਾ ਜੀ, ਹਾਲਾਂਕਿ ਮੈਨੂੰ ਪਤਾ ਤੁਸੀਂ ਆਪਣੀ ਪਹਿਲਾਂ ਗੱਲ ਕਰਨੀ ਹੈ, ਜਵਾਬ ਦੇਣਾ ਹੋਊਗਾ, ਸਾਰਾ ਕੁਛ ਹੈ, ਪਰ ਗੱਲ ਇਹ ਆ ਵੀ ਉਹ ਜਿਹੜੀ ਇੱਕ ਚਿੰਗਾਰੀ ਸੀ, ਅੱਜ ਉਸ ਨੂੰ ਲਾਂਬੂ ਲਾਉਣ ਦੀ ਪੂਰੀ ਘਾੜਤ ਜਿਹੜੀ ਘੜੀ ਗਈ ਆ, ਔਰ ਲਾਂਬੂ ਲੱਗ ਵੀ ਗਿਆ। ਜਿਸ ਤਰੀਕੇ ਦੇ ਨਾਲ ਹਾਲਾਤ ਮਨੀਪੁਰ ਹੈ, ਨਾਗਾਲੈਂਡ ਹੈ, ਮੇਵਾਤ ਹੈ, ਨੂਹ ਹੈ, ਔਰ ਜੋ ਪਿਛਲੇ ਦਿਨਾਂ ਦੇ ਵਿੱਚ ਸਾਰਾ ਕੁਝ ਵਾਪਰਿਆ ਉਹ ਸਾਡੇ ਸਾਰਿਆਂ ਦੇ ਸਾਹਮਣੇ ਹੈ। ਧਾਲੀਵਾਲ ਸਾਹਿਬ, ਇਦਾਂ ਵੀ ਹੁਣ 24 ਦੀ ਇਲੈਕਸ਼ਨ ਆ ਰਹੀ ਹੈ, ਜਿਹੜੇ ਐਂਟੀ ਲੋਕ ਹੈ, ਜਿਨ੍ਹਾਂ ਨੂੰ ਦੇਸ਼ ਦੀ ਤਰੱਕੀ ਬਰਦਾਸ਼ਤ ਨਹੀਂ ਹੈ, ਜਿਨ੍ਹਾਂ ਨੂੰ ਸਿਰਫ ਸਿਆਸਤ ਦਿਖਦੀ ਹੈ, ਉਹਨਾਂ ਨੂੰ ਸੱਤਾ ਚੇਂਜ ਕਰਨ ਦੀ ਗੱਲ ਕਰਦੀ ਹੈ, ਉਹਨਾਂ ਨੇ ਬੜਾ ਕੁਝ ਕਰਨ ਦੀ ਕੋਸ਼ਿਸ਼ ਕਰਨੀ ਹੈ। ਪਰ ਮੈਂ ਮੋਦੀ ਸਾਹਿਬ ਨੇ ਮਨੀਪੁਰ ਤੇ ਵੀ ਨਿੰਦਾ ਕੀਤੀ ਹੈ ਵੀ ਨਹੀਂ ਹੋਣਾ ਚਾਹੀਦਾ ਸੀ, ਹਰਿਆਣੇ ਤੇ ਵੀ ਨਿੰਦਾ ਕੀਤੀ ਹੈ, ਤੇ ਅਸੀਂ ਅੱਜ ਦੀ ਡੇਟ 'ਚ ਖਾਲਸਾ ਏਡ ਤੇ ਵੀ ਨਿੰਦਾ ਕਰਦੇ ਹਾਂ ਵੀ ਨਹੀਂ ਹੋਣਾ ਚਾਹੀਦਾ। ਇਹਦੀ ਜਾਂਚ ਦਾ ਵਿਸ਼ਾ ਅਸੀਂ ਕਰਾਂਗੇ, ਅਸੀਂ ਨਾਲ ਖੜੇ ਹਾਂ ਉਹਦੇ ਨਾਲ, ਕਿਉਂਕਿ ਸਾਨੂੰ ਪਤਾ ਵੀ ਖਾਲਸਾ ਏਡ ਕੀ ਕਰ ਰਹੀ ਹੈ। ਇਸ ਤੋਂ ਅੱਗੇ ਸਵਾਲ ਹੈ, ਬਟ ਵਾਟ ਨੈਕਸਟ? ਮਤਲਬ ਅਸੀਂ ਨਿੰਦਾ ਕਰਤੀ, ਅਸੀਂ ਮੁਆਫੀ ਮੰਗ ਲਈ, ਉਹ ਅੱਲੇ ਜ਼ਖਮਾਂ ਦਾ ਜਿਹੜੇ ਕਿ 47 ਦੇ ਉਚੜੇ ਆ, 84 ਦੇ ਉਚੜੇ ਆ, 66 ਦੇ ਉਚੜੇ ਆ, 71 ਦੇ ਉਚੜੇ ਆ, ਸਿਰਫ ਮੁਆਫੀ ਦੀ ਮਰਹਮ ਕਾਫੀ ਹੈ? ਨਵਜੋਤ ਜੀ, ਬਿਲਕੁਲ ਮੈਂ ਕਹਿੰਦਾ ਕੋਈ ਵੀ ਚੀਜ਼ ਤੇ ਮਾਫੀ ਨਹੀਂ ਹੋਣੀ ਚਾਹੀਦੀ। ਜਿਹੜੀ ਬਣਦੀ ਸਜ਼ਾ, ਜੋ ਰੂਲ ਬਣਦਾ ਹੋਣਾ ਚਾਹੀਦਾ, ਰੂਲ ਜੋ ਕਾਂਗਰਸ ਨੇ ਕੀਤਾ, ਸਜ਼ਾ ਮਿਲ ਰਹੀ ਹੈ। ਮੇਰਾ ਕਹਿਣਾ, ਖੁਸ਼ਹਾਲ ਸਿੰਘ ਜੀ ਨੇ ਗੱਲ ਕੀਤੀ, ਪਹਿਲਾਂ ਮੈਨੂੰ ਤਾਂ ਜਵਾਬ ਦੇ ਦਿਓ। ਕਹਿੰਦੇ ਪਾਕਿਸਤਾਨ ਨਾਲ ਕੰਪੇਅਰ ਕਰ ਰਹੇ, ਮੈਨੂੰ ਨਹੀਂ, ਕਿੰਨੇ ਪਾਕਿਸਤਾਨ ਨਾਲ ਕੰਪੇਅਰ ਕੀਤੀ, ਉਹਨਾਂ ਨੇ ਕਿੱਥੋਂ ਸੁਣ ਲਿਆ? ਕੋਈ ਗੱਲ ਪਾਕਿਸਤਾਨ ਦਾ ਤਾਂ ਵਰਡ ਵੀ ਨਹੀਂ ਆਇਆ ਸੀਗਾ ਮੂੰਹ 'ਚ, ਉਹਨਾਂ ਨੂੰ ਸ਼ਾਇਦ ਭੁਲੇਖਾ ਲੱਗ ਗਿਆ। ਹੁਣ ਦੂਜੀ ਗੱਲ ਰਹਿ ਗਈ ਦੰਗਿਆਂ ਤੇ ਵੀ, ਬਿਲਕੁਲ ਅਸੀਂ ਨਿੰਦਾ ਕਰਦੇ, ਗੁਜਰਾਤ ਦੇ ਦੰਗੇ ਨਹੀਂ ਹੋਣੇ ਚਾਹੀਦੇ ਸੀ, ਪਰ ਇਹਦਾ ਕਾਰਨ ਕੀ ਸੀ ਮੈਂ ਤੁਹਾਨੂੰ ਦੱਸ ਦਿੰਦਾ। ਇੱਕ ਦਿਨ ਪਹਿਲਾਂ ਟ੍ਰੇਨ 'ਚ 48 ਪਰਿਵਾਰਾਂ ਨੂੰ, ਹਿੰਦੂ ਪਰਿਵਾਰਾਂ ਨੂੰ ਸਾੜ ਦਿੱਤਾ ਗਿਆ, ਜਿਹੜਾ ਰਾਮ ਮੰਦਿਰ ਤੇ ਮੱਥਾ ਟੇਕ ਕੇ ਆ ਰਹੇ ਸੀਗੇ। ਉਸ ਤੋਂ ਬਾਅਦ ਮੁਸਲਮਾਨ ਭਾਈਚਾਰੇ ਨਾਲ ਲੜਾਈ ਹੋਈ, 3 ਦਿਨ ਲੜਾਈ ਹੋਈ, 3 ਦਿਨ ਕਤਲ ਵਗੈਰਾ ਗਈ। ਉਹ ਅਸੀਂ ਇਸ ਗੱਲ ਦੀ ਨਿੰਦਾ ਕਰਦੇ, ਪਰ ਇਹਦਾ ਜ਼ਿਕਰ ਨਹੀਂ ਕਿਸੇ ਨੇ। ਇਹਦੀ ਲੜਾਈ 2 ਤਬਕਿਆਂ 'ਚ ਹੋਈ ਸੀ, ਪਰ ਜਿਹੜੇ ਦਿੱਲੀ ਦੇ ਵਿੱਚ ਹੋਇਆ 2 ਤਬਕਿਆਂ ਦੀ ਲੜਾਈ ਨਹੀਂ ਸੀ। ਸਰਕਾਰੀ ਤੰਤਰ ਨੇ, ਉਦੋਂ ਕਾਂਗਰਸ ਸਰਕਾਰ ਸੀ, ਸਰਕਾਰੀ ਤੰਤਰ ਨੇ ਸਿੱਖਾਂ ਨੂੰ, ਧੀਆਂ ਭੈਣਾਂ ਨੂੰ ਵੀ ਇੱਜ਼ਤ ਲੁੱਟੀ ਸੀਗੀ, ਬੱਚਿਆਂ ਨੂੰ ਵੀ ਨੇਜੇ ਤੇ ਟੰਗਤਾ ਸੀਗਾ, ਸਿੱਖਾਂ ਦੇ ਗਲਾਂ 'ਚ ਟਾਇਰ ਵੀ ਪਾਏ ਗਏ ਸੀਗੇ। ਮੈਂ ਕਹਿੰਦਾ ਉਹ ਚਲੇ ਗਏ, ਦੁਨੀਆ ਤੋਂ ਚਲੇ ਗਏ, ਗੜੇ ਮੁਰਦੇ ਨਹੀਂ ਉਠਾਉਂਦੇ, ਪਰ ਸੱਜਣ ਕੁਮਾਰ ਨੂੰ ਅਹੁਦਿਆਂ ਤੇ ਰੱਖਣਾ, ਟਾਈਟਲਾਂ ਨੂੰ ਅਹੁਦਿਆਂ ਤੇ ਰੱਖਣਾ, ਜੇ ਉਹਨਾਂ ਨੂੰ ਸਜ਼ਾ ਹੋ ਗਈ, ਘੱਟੋ ਘੱਟ ਉਸ ਦਿਨ ਤਾਂ ਬੋਲ ਲੈਂਦੇ। ਰਾਹੁਲ ਗਾਂਧੀ ਜੀ ਵੀ ਇਹ ਗਲਤ ਹੋਇਆ ਸੀ, ਅਸੀਂ ਗਲਤ ਬੰਦੇ ਨੂੰ ਅਹੁਦੇ ਦਿੰਦੇ ਰਹੇ, ਉਸ ਦਿਨ ਵੀ ਇਹਨਾਂ ਦਾ ਜਵਾਬ ਬਿਆਨ ਨਹੀਂ ਆਇਆ। ਮੈਂ ਤਾਂ ਇਹ ਗੱਲ ਕਹਿਣਾ ਚਾਹੁੰਦਾ, ਉਹਨਾਂ ਮੈਂ ਇਕੱਲੀ ਸਿੱਖੀ ਨਾਲ ਗੱਲ ਨਹੀਂ ਜੋੜ ਰਿਹਾ, ਜੇ ਜੋ ਹੋਇਆ ਉਹ ਮਾੜਾ ਗੱਲ ਹੋਈ ਹੈ। ਬਾਕੀ ਰਹਿ ਗਈ ਗੱਲ, ਇਹਨਾਂ ਨੇ ਗੱਲ ਕੀਤੀ ਸੀ ਵੀ ਵਾਜਪੇਈ ਸਾਹਿਬ ਨੇ ਉੱਥੇ ਸੰਸਦ ਦੇ ਵਿੱਚ ਕਿਹਾ, ਇਹ ਮੈਂ ਇਹਨਾਂ ਨੂੰ ਚੈਲੰਜ ਕਰਦਾ, ਇਹ ਰਿਕਾਰਡ ਦਿਖਾ ਦੇਣ, ਜੋ ਕਹੋਗੇ ਮੈਂ ਮੰਨਣ ਨੂੰ ਤਿਆਰ ਹੋ ਜਾਊਗਾ। ਦੂਜੀ ਗੱਲ, ਮਦਨ ਲਾਲ ਖੁਰਾਣਾ ਜੀ ਹੁੰਦੇ ਸੀ ਉਸ ਟਾਈਮ ਬੀਜੇਪੀ ਦੇ ਸਾਡੇ ਸੀਨੀਅਰ ਨੇਤਾ, ਮਦਨ ਲਾਲ ਖੁਰਾਣਾ ਜੀ ਖੁਦ ਪ੍ਰੋਟੈਸਟ ਕੀਤਾ ਸੀਗਾ ਇਸ ਗੱਲ ਦੇ ਉੱਤੇ। ਇਹਨਾਂ ਨੂੰ ਸ਼ਾਇਦ ਯਾਦ ਨਹੀਂ ਹੋਣਾ, ਪਤਾ ਨਹੀਂ ਕਿਹੜੀਆਂ ਗੱਲਾਂ ਕਿੱਥੋਂ ਜੋੜ ਦਿੰਦੇ ਆ ਇਹ। ਜਾਂ ਤਾਂ ਬੁਲਾਰੇ ਬੈਠਣ, ਪਹਿਲਾਂ ਆਪਣੇ ਤੱਥ ਪੂਰੇ ਲੈ ਕੇ ਆਇਆ ਕਰਨ। ਜਦੋਂ ਆਪਾਂ ਗੈਰ ਤਰੀਕੇ ਨਾਲ ਆਪਾਂ ਤੱਥ ਬੋਲਦੇ ਨਾ, ਮਾੜੀ ਗੱਲ ਆ। ਹੁਣ ਗੱਲ ਕਰਾਂਗੇ ਪੰਜਾਬ ਦੇ ਧੱਕੇ ਦੀ ਗੱਲ ਕਰਦੇ, 200 ਕਰੋੜ 18 ਕਰੋੜ ਰੁਪਇਆ ਤੀਜੇ ਦਿਨ ਹੀ ਭੇਜਤਾ ਜਦੋਂ ਇੱਥੇ ਹੜ ਆਏ ਆ। ਤੇ ਦੂਜੀ ਗੱਲ, ਕੱਲ ਵੀ ਗਰੀਬ ਸੁਣ ਲਓ, ਮੈਂ ਦੱਸਣ ਲੱਗਾ ਜੀ, ਇੱਕ ਲਾਸਟ ਕੱਲ ਵੀ 101 ਕਰੋੜ ਰੁਪਏ ਗਰੀਬ ਲਾਭਪਾਤਰੀਆਂ ਵਾਸਤੇ ਭੇਜਿਆ, 303 ਕਰੋੜ 80 ਲੱਖ ਮਕਾਨ ਗਰੀਬਾਂ ਵਾਸਤੇ ਬਣਾਇਆ, ਉਹ ਪੰਜਾਬ ਦੇ ਵਿੱਚ ਵੀ ਬਣੇ ਆ। ਨਹੀਂ ਕਿਸੇ ਨੂੰ ਪਤਾ ਤੇ ਮੈਂ ਆਪ ਨਾਲ ਲੈ ਕੇ ਚੱਲ ਜਾਂਦਾ, ਜਿਹੜੇ ਪ੍ਰਧਾਨ ਮੰਤਰੀ ਯੋਜਨਾ 'ਚ ਬਣੇ ਹੋਏ ਆ। ਸਿਰਫ ਪਤਾ ਗੱਲ ਕਿ ਮੈਂ ਇਸ ਵਾਲੇ ਪਾਸੇ ਇਸੇ ਕਰਕੇ ਮੈਂ ਕਹਿਣਾ, ਫਿਰ ਲੋਕ ਵੀ ਸਾਨੂੰ ਮੰਦਾ ਚੰਗਾ ਬੋਲਦੇ ਆ, ਕੋਈ ਗੱਲ ਨਹੀਂ, ਸਾਨੂੰ ਤਾਂ ਆਦਤ ਇਸ ਗੱਲ ਦੀ ਪੈ ਗਈ ਹੈ। ਫਿਰ ਲੋਕ ਕਹਿੰਦੇ ਆ ਕਿ ਤੁਸੀਂ ਪਰਦਾ ਪਾਉਂਦੇ ਹੋ, ਜੇ ਕਰਦੇ ਆ। ਇਹ ਖੁਸ਼ਹਾਲ ਜੀ ਇਸ ਚਰਚਾ ਦੇ ਵਿੱਚ
ਸ਼ਖਸਾਤ ਇਸ ਗੱਲ ਦੇ ਗਵਾਹ ਹੈ ਕਿ ਸਮਾਂ ਦੀ ਵੀ ਸੀਮਾ ਹੁੰਦੀ ਹੈ ਤੇ ਗੱਲ ਵੀ, ਕਿਉਂਕਿ ਮੁੱਦਾ ਭਟਕ ਜਾਂਦਾ ਹੈ। ਹੁਣ ਤੁਸੀਂ ਮਦਨ ਲਾਲ ਖੁਰਾਣਾ ਦੀ ਗੱਲ ਕੀਤੀ, ਪਰ ਆਪਾਂ ਲక్ష్ਮੀ ਕਾਂਤਾ ਚਾਵਲਾ ਹੋਰਾਂ ਦੀ ਉਸ ਸਮੇਂ ਦੇ ਵਿੱਚ ਭੂਮਿਕਾ ਦੀ ਗੱਲ ਨਹੀਂ ਕੀਤੀ, ਹੈ ਨਾ। ਮੈਂ ਕਹਿੰਦਾ ਵੀ ਚਲੋ ਠੀਕ ਹੈ, ਗੱਲ ਕਰਨੀ ਤਾਂ ਉਹ ਵੀ ਸਾਨੂੰ ਪੈਰਲਲ ਚਾਹੀਦੀ ਹੈ। ਇਸ ਕਰਕੇ ਕਹਿੰਦਾ ਵੀ ਜਦੋਂ ਅਸੀਂ ਪੁਰਾਣੀਆਂ ਗੱਲਾਂ ਛੇੜ ਲੈਣ, ਅਸੀਂ ਬਿਲकुल ਪਾਸਟ 'ਚ ਨਹੀਂ ਜਾਣਾ ਚਾਹੀਦਾ। ਪਰ ਮੈਂ ਇੱਕ ਗੱਲ ਕਵਾਂ, ਇਹ ਉਹੀ ਗੋਸ਼ਾ ਜੀ ਨੇ ਜਦੋਂ ਕਿਸਾਨ ਅੰਦੋਲਨ ਵੇਲੇ ਨਾ ਅਕਾਲੀ ਦਲ 'ਚ ਦੇ ਉਹਦੇ 'ਚ ਬਹਿ ਕੇ ਤੇ ਇਹ ਬੀਜੇਪੀ ਨੂੰ ਨਿੰਦਦੇ ਹੁੰਦੇ ਸੀ। ਹੁਣ ਬੀਜੇਪੀ ਦੀ ਟੀਮ 'ਚ ਬੈਠੇ ਨੇ ਤੇ ਹੁਣ ਇਹ ਬੀਜੇਪੀ ਦੇਖੋ ਪਾਰਟੀ ਦਾ ਲੋਕਾਂ ਨਾਲ ਬਣਦੀ ਆ। ਤੇ ਦੇਖੋ ਅੱਜ ਦੇ ਟਾਈਮ ਦੇ ਵਿੱਚ ਮੈਂ ਬਹੁਤ ਸਾਰੀਆਂ ਡਿਬੇਟਸ 'ਚ ਬੈਠੀ ਹਾਂ ਤੇ ਬੀਜੇਪੀ ਦਾ ਹਰ ਸਪੋਕਸਪਰਸਨ ਕਹਿੰਦਾ ਹੈ ਵੀ ਅਸੀਂ ਨਿੰਦਿਆ ਕਰਦੇ ਹਾਂ, ਅਸੀਂ ਉੱਪਰ ਜਾ ਕੇ ਗੱਲ ਕਰਾਂਗੇ। ਤੇ ਉਸ ਗੱਲ ਦੇ ਉੱਤੇ ਅੱਜ ਤੱਕ ਕੋਈ ਐਕਸ਼ਨ, ਕੋਈ ਫਰਦਰ ਕੁਝ ਹੋਇਆ ਹੀ ਨਹੀਂਗਾ। ਈਡੀ, NIA, CBI ਤੁਹਾਡੇ ਹੱਥਾਂ ਦੀ ਕਠਪੁਤਲੀ ਹੈ। NIA ਨੇ ਜੇ ਖਾਲਸਾ ਏਡ ਵਧੀਆ ਕੰਮ ਕਰ ਰਹੀ ਸੀਗੀ ਤੇ ਫਿਰ NIA ਨੇ ਰੇਡ ਕਿਉਂ ਕੀਤੀ? ਜੇ ਕੋਈ ਇਕਨੋਮਿਕਲੀ ਕੋਈ ਡਿਸਟਰਬੈਂਸ ਸੀਗੀ ਉਹ ਕਰ ਸਕਦੇ ਸੀ। ਜਗ੍ਹਾ ਜਗ੍ਹਾ ਤੇ ਐਡੀ ਵੱਡੀ ਉਹਦੇ ਵਿੱਚ ਸੋਸ਼ਲ ਵਰਕ, ਹਜੇ ਤਾਂ ਪੰਜਾਬ 'ਚ ਹੜ੍ਹਾਂ ਦੇ ਕਰਕੇ ਲੋਕ ਸਿੱਧੇ, ਉਹਨਾਂ ਦੀ ਢੂਹੀ ਨੇ ਸਿੱਧੀ ਹੋ ਪਾਈ ਤੇ ਤੁਹਾਨੂੰ ਹਜੇ ਹੀ ਰੇਡ ਵੀ ਯਾਦ ਆ ਗਈ। ਔਰ ਟੈਰਰਿਸਟ ਜਿਹੜੇ NIA ਦੀ ਇਨਵੈਸਟੀਗੇਸ਼ਨ, ਨੈਸ਼ਨਲ ਇਨਵੈਸਟੀਗੇਸ਼ਨ, ਕਿਹੜੇ ਉਹਨਾਂ ਨੇ ਟੈਰਰਿਸਟ ਕਿ ਭੁੱਖਿਆਂ ਨੂੰ ਰੋਟੀ ਖਵਾਉਣੀ ਕੋਈ ਟੈਰਰਿਸਟ ਦਾ ਕੰਮ ਹੈ? ਗੱਲ ਇੰਨੀ ਕੁ ਕਰ ਰਹੇ ਹਾਂ ਆਪਾਂ ਨਵਜੋਤ ਜੀ, ਗੱਲ ਆਪਾਂ ਇੰਨੀ ਕਰ ਰਹੇ ਹਾਂ ਜਿਹੜੇ ਉਹ ਬੇਸਹਾਰੇ ਲੋਕ ਨੇ ਉਹਨਾਂ ਦਾ ਮਦਦ ਸਹਾਰਾ ਕਿਵੇਂ ਕਰਨਾ ਹੈ। ਜਿਹੜੇ ਲੋਕ ਉਹਨਾਂ ਦੇ ਸਹਾਰਾ ਬਣਦੇ ਨੇ, ਜੇ ਆਪਾਂ ਉਹਨਾਂ ਨੂੰ ਹੀ ਤੰਗ ਕਰਨ ਲੱਗ ਜਾਾਂਗੇ ਤੇ ਫਿਰ ਲੋਕ ਇੱਕ ਦੂਜੇ ਦੀ ਮਦਦ ਕਿਉਂ ਕਰਨਗੇ? ਤੇ ਫਿਰ ਸੈਂਟਰ ਤਾਂ ਪੰਜਾਬ ਦੀ ਹੈਲਪ ਕਰ ਨਹੀਂ ਰਿਹਾ ਤੇ ਪੰਜਾਬੀ ਪੰਜਾਬ ਦੀ ਹੈਲਪ ਕਰ ਰਹੇ ਨੇ ਤੇ ਫਿਰ ਉਹਦੇ ਵਿੱਚ ਵੀ NRI ਆ ਕੇ ਕਰ ਰਹੇ ਨੇ ਤੇ ਇਹ ਲੋਕ ਉਹਨੂੰ ਚੀਜ਼ ਨੂੰ ਡਿਸਕਰੇਜ ਕਰ ਰਹੇ ਨੇ। ਮੇਰਾ ਗੋਸ਼ਾ ਜੀ ਨਾਲ ਕੋਈ ਮੇਰਾ ਪਰਸਨਲ ਇਸ਼ੂ ਨਹੀਂ ਹੈ। ਗੋਸ਼ਾ ਜੀ ਤੁਹਾਨੂੰ ਰਿਕੁਐਸਟ ਆ ਵੀ ਪੰਜਾਬ ਦੇ ਨਾਲ ਆਪਾਂ ਗੱਲ ਕਰੀਏ ਕਿ ਕੀ ਖਾਲਸਾ ਏਡ ਤੇ ਰੇਡ ਹੋਣੀ ਚੰਗੀ ਉਹ ਹੈ, NIA ਦੀ ਰੇਡ ਪੈਣੀ। ਖੁਸ਼ਹਾਲ ਜੀ ਸਾਡੇ ਸਿਆਣੇ ਆ, ਇੱਕ ਵਾਰੀ ਖੁਸ਼ਹਾਲ ਜੀ ਨੂੰ ਪੁੱਛ ਲੈਣੇ ਵੀ ਇਸ ਤੇ ਫਿਰ ਖੁਸ਼ਹਾਲ ਜੀ ਹੁਣ ਹੋਣਾ ਕੀ ਚਾਹੀਦਾ? ਨਿੰਦਾ ਸਾਰਿਆਂ ਨੇ ਕੀਤੀ, ਤੁਸੀਂ ਕੀਤੀ, ਅਮਰ ਜੀ ਨੇ ਕੀਤੀ, ਗੁਰਦੀਪ ਜੀ ਨੇ ਕੀਤੀ, ਇਹਨਾਂ ਦੀ ਪਾਰਟੀਜ਼ ਨੇ ਕੀਤੀ, ਰੇਡ ਤਾਂ ਹੋ ਗਈ, ਹੁਣ ਹੋਣਾ ਕੀ ਚਾਹੀਦਾ? ਇਹਦੇ ਲਈ ਹਾਂ ਦਾ ਨਾਰਾ, ਇਹਦੇ ਲਈ ਮਦਦ ਦਾ ਹੱਥ ਕਿਵੇਂ ਵਧਾਇਆ ਜਾ ਸਕਦਾ? ਇਸ ਤਰ੍ਹਾਂ ਜੀ ਜਿਸ ਕਿਸਮ ਦਾ ਪੰਜਾਬ 'ਚ ਜੇ ਸਿਆਸਤ ਦਾ ਦੌਰ ਚੱਲਿਆ, ਇਹਦੇ ਤੋਂ ਬਾਅਦ ਦੀਆਂ ਉਮੀਦਾਂ ਤਾਂ ਸਾਨੂੰ ਹੈ ਨਹੀਂ ਗਿਆ, ਪਰੰਤੂ ਫਿਰ ਵੀ ਤੁਸੀਂ ਰਹਿਣਾ ਪੰਜਾਬ ਤੋਂ, ਪੰਜਾਬ 'ਚ ਸਾਰਿਆਂ ਨੇ ਵੋਟਾਂ ਲੈਣੀਆਂ ਨੇ। ਜਿਹੜੇ ਲੋਕ ਇਸ ਵੇਲੇ ਵਿਪਤਾ ਦੇ ਸ਼ਿਕਾਰ ਨੇ, ਸਭ ਤੋਂ ਪਹਿਲਾਂ ਉਹਨਾਂ ਦੇ ਨਾਲ ਹਮਦਰਦੀ। ਦੂਸਰੀ ਗੱਲ ਹੈ ਕਿ ਜੇ ਖਾਲਸਾ ਏਡ ਹੈ ਜਿਹੜੀ, ਜੇ ਉਹਨਾਂ ਦੇ ਹਿਸਾਬ ਕਿਤਾਬ 'ਚ ਕੋਈ ਫਰਕ ਹੈ, AD ਵਗੈਰਾ ਤੁਹਾਡੇ ਕੋਲ ਬੜੀਆਂ ਏਜੰਸੀਆਂ ਨੇ ਜਿਹੜੀਆਂ ਬਹੁਤ ਤਰੀਕੇ ਨਾਲ ਉਹਨਾਂ ਦਾ ਕਰ ਸਕਦੇ ਸੀ। ਇਹਦੇ 'ਚ ਨਹੀਂ ਹੈਗਾ ਕਿ ਖਾਲਸਾ ਏਡ ਦੇ ਹਿਸਾਬ ਦੇ ਵਿੱਚ ਕੋਈ ਗੜਬੜ ਹੈ ਤਾਂ ਉਹਨੂੰ ਨਹੀਂ ਪੁੱਛਣਾ ਚਾਹੀਦਾ। ਪਾਰਦਰਸ਼ਤਾ ਹਰ ਥਾਂ ਤੇ ਲੋੜ ਹੈ। ਲੇਕਿਨ ਜਿਹੜਾ ਕੰਮ ਕਰ ਰਹੇ ਨੇ, ਜਿਸ ਵਕਤ ਇਸ ਚੀਜ਼ ਨੂੰ ਜਿਸ ਮਕਸਦ ਨਾਲ ਕੀਤਾ ਜਾ ਰਿਹਾ, ਉਹਦੇ ਨਾਲ ਉਹਨਾਂ ਲੋਕ ਸੇਵਾ ਕਰਦੇ ਜੇ ਕਾਰਜ ਨੇ, ਉਹਨਾਂ ਨੂੰ ਡਿਸਕਸ ਕਰਨਾ ਕਿਸੇ ਤਰੀਕੇ ਨਾਲ ਵੀ ਦਰੁਸਤ ਨਹੀਂ ਹੈਗਾ। ਇਹਦੇ ਵਾਸਤੇ ਪੰਜਾਬ ਦੇ ਵਿੱਚ, ਪੰਜਾਬ ਦੀ ਅਸੈਂਬਲੀ ਦੇ ਵਿੱਚ ਮੈਂ ਕਹਿੰਦਾ ਸਰਕਾਰ ਨੂੰ ਹੀ ਜਿਹੜਾ ਆ ਇਹ ਮਤਾ ਪਾਉਣਾ ਚਾਹੀਦਾ ਹੈ। ਜੇਕਰ ਉਹਨਾਂ ਨੇ ਕੋਈ ਦੇਸ਼ ਵਿਰੋਧੀ ਐਕਟ ਕੀਤਾ ਆ ਤਾਂ ਇਹਨਾਂ ਨੂੰ ਖੁੱਲ੍ਹ ਕੇ ਏਜੰਸੀ ਨੂੰ ਦੱਸਣਾ ਚਾਹੀਦਾ ਕਿ ਖਾਲਸਾ ਏਡ ਦੇ ਨਾਂ ਥੱਲੇ ਤਾਂ ਉਹਦੇ ਪ੍ਰੋਜੈਕਟ ਵਿੱਚ ਆਹ ਦੇਸ਼ ਵਿਰੋਧੀ ਜਿਹੜੀ ਆ ਸਰਗਰਮੀ ਹੋ ਰਹੀ ਸੀ, ਉਹ ਵੀ ਲੋਕਾਂ ਦੇ ਸਾਹਮਣੇ ਹੋਣੀ ਚਾਹੀਦੀ ਹੈ। ਲੇਕਿਨ ਸਾਨੂੰ ਪਤਾ ਹੈ ਪਿਛਲੀ ਏਜੰਸੀਆਂ ਦੇ ਸਾਰੇ ਜਿਹੜਾ ਇਤਿਹਾਸ ਹੈ, ਇਹਨਾਂ ਦੱਸਣਾ ਕੁਛ ਨਹੀਂ, ਸਿਰਫ ਲੋਕਾਂ ਦਾ ਜਿਹੜਾ ਆ ਟਾਈਮ ਬਰਬਾਦ ਕਰਨਾ ਹੈ। ਲੋਕਾਂ ਦਾ ਜਿਹੜਾ ਇੱਕ ਵਾਰੀ ਜੋ ਤੁਸੀਂ ਪ੍ਰੋਜੈਕਟ ਨੂੰ ਰੋਕ ਦਿੰਦੇ ਹੋ, ਫਿਰ ਬਹੁਤ ਸਾਰੇ ਨੌਜਵਾਨਾਂ ਜਿਹੜਾ ਉਤਸ਼ਾਹ ਜਿਹੜਾ ਖਤਮ ਹੁੰਦਾ ਆ, ਉਹਦੇ ਨਾਲ ਕੁੱਲ ਮਿਲਾ ਕੇ ਪੰਜਾਬ ਦੀ ਜਨਤਾ ਦਾ, ਲੋਕਾਂ ਦਾ ਜਿਹੜਾ ਨੁਕਸਾਨ ਹੋਣਾ ਹੈ, ਉਹ ਲੋਕਾਂ ਦੇ ਨਾਲ ਤੁਸੀਂ ਵੋਟਾਂ ਤਾਂ ਕਾਂਗਰਸ ਨੇ ਵੀ ਲੋਕਾਂ ਤੋਂ ਲੈਣੀਆਂ, ਨੇ ਵੀ ਵੋਟ ਲੋਕਾਂ ਤੋਂ ਲੈਣੀਆਂ ਨੇ। ਉਹਨਾਂ ਨਾਲ ਹਮਦਰਦੀ, ਉਹਨਾਂ ਦੀ ਜਿਹੜੇ ਕਲਿਆਣ ਦੇ ਪ੍ਰੋਗਰਾਮ ਨੇ, ਉਹਨਾਂ ਵਿੱਚ ਰੁਕਾਵਟ ਕਿਸੇ ਤਰੀਕੇ ਨਾਲ ਨਹੀਂ ਪੈਣੀ ਚਾਹੀਦੀ। ਆਪਣੀ ਸਿਆਸਤ ਤੁਸੀਂ ਕਰਨੀ ਹੈ, ਸਿਆਸਤ ਕਰਦੇ ਰਹੋ, ਲੇਕਿਨ ਤੁਸੀਂ ਜਿਹੜਾ ਆ ਇਸ ਤਰ੍ਹਾਂ ਦਾ ਜਿਹੜਾ ਪੰਜਾਬ ਦੇ ਨਾਲ ਖੜਨਾ, ਕਿਸੇ ਤਰ੍ਹਾਂ ਪੰਜਾਬ ਨਾਲ ਧਰੋ ਨਹੀਂ ਹੋਣਾ ਚਾਹੀਦਾ। ਕਹਿਣ ਤੋਂ ਭਾਵ ਵੋਟ ਤੰਤਰ ਦੇ ਇਸ ਲੋਕਤੰਤਰ 'ਚ ਲਕਾਈ ਦਾ ਪਹਿਲਾਂ ਇਹਨਾਂ ਨੂੰ ਖਿਆਲ ਰੱਖਣਾ ਚਾਹੀਦਾ। ਗੋਸ਼ਾ ਜੀ ਗੱਲ ਇਹ ਆ ਵੀ ਉਹ ਕਹਿੰਦੇ ਆ ਵੀ ਬਹੁਤੀਆਂ ਉਮੀਦਾਂ ਤਾਂ ਨਹੀਂ, ਪਰ ਇਸ ਦੇ ਉੱਤੇ ਸਾਰਥਕ ਗੱਲ ਤੇ ਮਸਲਾ ਹੱਲ ਹੋਣਾ ਚਾਹੀਦਾ। ਬਿਲਕੁਲ ਧਾਲੀਵਾਲ ਸਾਹਿਬ, ਹੱਲ ਹੋਣਾ ਚਾਹੀਦਾ। ਇਸ ਗੱਲ ਦੀ ਗੱਲ ਕਰਦੇ, ਖਾਲਸਾ ਏਡ ਹੁਣ ਬਾਰ-ਬਾਰ ਆਪਾਂ ਕਹਾਂਗੇ, ਮੈਂ ਤਾਂ ਬਾਰ-ਬਾਰ ਕਹਿ ਰਿਹਾ ਵੀ ਖਾਲਸਾ ਏਡ ਉਹ ਚੰਗਾ ਕੰਮ ਕਰ ਰਹੀ ਹੈ। ਇਹ ਜਿਹੜਾ ਖਾਲਸਾ ਕਦੀ ਰੁਕਦਾ ਨਹੀਂ, ਘੋੜਿਆਂ ਦੀ ਕਾਠੀਆਂ ਤੇ ਰਹਿ ਕੇ ਵੀ ਚੜ੍ਹਦੀ ਕਲਾ 'ਚ ਰਿਹਾ, ਟੈਨਸ਼ਨ ਲੈਣ ਦੀ ਲੋੜ ਨਹੀਂ। ਖਾਲਸਾ ਹਮੇਸ਼ਾ ਚੜ੍ਹਦੀ ਕਲਾ 'ਚ ਰਹੂਗਾ ਕਿਉਂਕਿ ਗੁਰੂ ਸਾਹਿਬ ਦਾ ਆਸ਼ੀਰਵਾਦ ਹੈ। ਜਿਨ੍ਹਾਂ ਨੂੰ ਚਿੰਤਾ ਹੋ ਰਹੀ ਹੈ, ਉਹ ਚਿੰਤਾ ਵੀ ਕਰਨੀ ਜ਼ਰੂਰੀ ਹੈ।
ਅਸੀਂ ਇਹ ਨਹੀਂ ਕਹਿੰਦੇ ਚਿੰਤਾ ਨਹੀਂ ਕਰਨੀ ਚਾਹੀਦੀ ਹੈ, ਪਰ ਇੱਥੇ ਪੋਲੀਟੀਕਲੀ ਚੀਜ਼ਾਂ ਲੈਣੀਆਂ ਗਲਤ ਹੈ। ਬਾਰ-ਬਾਰ ਅੰਮ੍ਰਿਤਾ ਜੀ ਇੱਕੋ ਗੱਲ ਰਿਪੀਟ ਕਰ ਰਹੇ, ਖਾਲਸਾ ਏਡ ਨਾ ਇਹ ਹੋਇਆ, ਖਾਲਸਾ ਏਡ ਨਾ ਹੋਇਆ, ਪੰਜਾਬੀਆਂ ਨਾਲ ਧੱਕਾ ਹੋ ਗਿਆ। ਜਦੋਂ ਫੇਰ ਗੱਲ ਉੱਧਰ ਚਲੀ ਜਾਏਗੀ, ਫੇਰ ਗੱਲ ਹੋ ਚਲੀ ਫਿਕਰਮੰਦੀ ਕਰਨਾ ਫਰਜ਼ ਹੈ, ਕਿਉਂਕਿ ਬਾਰ-ਬਾਰ ਰਿਪੀਟ ਕਰਦੇ ਆ ਨਹੀਂ ਮੈਂ ਕਹਿ ਰਿਹਾ ਫਿਕਰਮੰਦੀ ਕਰਨੀ ਚਾਹੀਦੀ। ਜਦੋਂ ਮੈਂ ਕਹਿ ਰਿਹਾ ਇਹ ਕਹਿੰਦੇ ਟੈਰਰਿਸਟ ਹੈ, ਤੇ ਜਦੋਂ ਸਿੱਖਾਂ ਦੇ ਗੱਲਾਂ 'ਚ ਟਾਇਰ ਪਾਏ ਸੀ ਉਹ ਟੈਰਰਿਸਟ ਸੀਗੇ। ਮੈਂ ਇਹ ਪੁੱਛਣਾ ਚਾਹੁੰਦਾ ਉਹਦੇ ਤੇ ਕਦੇ ਨਹੀਂ ਬੋਲਣਗੇ ਵੀ ਉਹ ਸੱਜਣ ਕੁਮਾਰ ਕਹਿਣ ਸੱਜਣ ਕੁਮਾਰ ਨੂੰ ਰੱਖਿਆ ਨਹੀਂ ਸੀ ਇਹਨਾਂ ਨੇ, ਟਾਈਟਲ ਨੂੰ ਹਲੇ ਤੱਕ ਨਹੀਂ ਇਹਨਾਂ ਨੇ ਉਹਦੇ ਤੇ ਰੱਖਿਆ, ਕਮਲਨਾਥ ਨੂੰ ਸੀਐਮ ਨਹੀਂ ਬਣਾਇਆ ਹੋਇਆ, ਪਰ ਇਹ ਕਦੇ ਨਹੀਂ ਉਹਦੇ ਤੇ ਗੱਲ ਕਰਨਗੇ। ਕਹਿੰਦੇ ਉਹਨਾਂ ਨੇ ਮਨਮੋਹਨ ਸਿੰਘ ਨੇ ਮਾਫੀ ਮੰਗ ਲਈ ਜੀ, ਉਹ ਮੋਹਨ ਸਿੰਘ ਨੇ ਮਾਫੀ ਮੰਗ ਲਈ, ਰਾਹੁਲ ਗਾਂਧੀ ਤੋਂ ਵੀ ਮਾਫੀ ਮੰਗਾ ਲਓ। ਮੈਂ ਗੱਲ ਕਹੀ ਆ, ਮੈਂ ਕਿਹਾ ਤੁਸੀਂ ਵਾਰ-ਵਾਰ ਉਹਨਾਂ ਨੂੰ ਗੱਦੀਆਂ ਨਾਲ ਨਵਾਜ਼ ਕੇ ਮੈਂ ਕਹੀ ਹੈ ਗੱਲ, ਪਰ ਮੈਂ ਤਾਂ ਹੀ ਕਹਿ ਰਿਹਾ ਵੀ ਹੁਣ ਆਪਾਂ ਇਹਨੂੰ ਆਪਾਂ ਨਾ ਕਰੀਏ। ਮੈਂ ਇਹ ਵੀ ਗੱਲ ਕਹਿ ਰਿਹਾ। ਅਗਲੀ ਗੱਲ ਇਹ ਹੈ, ਇਹਨਾਂ ਨੇ ਕਿਹਾ ਪਪਟ CID ਜਾਂ ਜਿਹਨੇ ED ਹੈ ਜਾਂ ਪਪਟ ਬਣ ਕੇ ਕੰਮ ਕਰ ਰਹੇ। 75 ਸਾਲ 'ਚ 60 ਸਾਲ ਤੋਂ ਵੱਧ 65 ਸਾਲ ਦੇ ਕਰੀਬ ਇਹਨਾਂ ਦਾ ਰਾਜ ਰਿਹਾ, ਇਹ ਪਪਟ ਕਹਿੰਦੇ ਆ। ਇਹਦਾ ਮਤਲਬ ਇਹ ਪਪਟ ਬਣਾ ਕੇ ਰੱਖਿਆ ਹੋਇਆ ਸੀ ਇਹਨਾਂ ਨੇ, ਇਹ ਸ਼ਬਦ ਇਹਨਾਂ ਨੇ ਵਰਤਿਆ ਪਪਟ। ਗਲਤ ਗੱਲ ਹੈ, ਉਹ ਵੀ ਇਨਸਾਨ ਹੈ, ਉਹਨਾਂ ਦਾ ਵੀ ਕੰਮ ਹੈ ਜੱਜ। ਅਸੀਂ ਇੱਥੇ ਵੀ ਕੋਈ ਥਾਣੇ 'ਚ ਕੰਮ ਹੁੰਦਾ, ਹਾਂ ਸਾਡਾ ਹੱਕ ਬਣਦਾ ਜਿਹਦੇ ਨਾਲ ਧੱਕਾ ਹੁੰਦਾ ਹੋਵੇ, ਜੇ ਅੰਮ੍ਰਿਤਾ ਨਾਲ ਧੱਕਾ ਹੁੰਦਾ ਹੋਵੇ, ਅੰਮ੍ਰਿਤਾ ਜੀ ਬੈਠੇ ਆ, ਮੈਂ ਖੜਾਂਗਾ ਨਾਲ, ਇਹ ਮੈਂ ਥੋੜਾ ਦੇਖਾਂਗਾ ਵੀ ਇਹ ਕਾਂਗਰਸ ਪਾਰਟੀ ਦੇ ਵਿੱਚੋਂ ਹੈ। ਸਾਡਾ ਫਰਜ਼ ਬਣਦਾ ਕਿਸੇ ਨਾਲ ਧੱਕਾ ਹੁੰਦਾ ਹੋਵੇ, ਪੰਜਾਬੀ ਤਾਂ ਪਹਿਲਾਂ ਹੀ ਸਭ ਜਗ੍ਹਾ ਤੇ ਖੜ ਜਾਂਦੇ ਆ। ਹੁਣ ਮੈਂ ਫੇਰ ਕਹਿ ਰਿਹਾ, ਮੈਂ ਦੁਬਾਰਾ ਇਹ ਗੱਲ ਰਿਪੀਟ ਕਰ ਰਿਹਾ ਵੀ ਖਾਲਸਾ ਏਡ ਜਿੱਥੇ ਠੀਕ ਹੈ ਜਿਹੜੇ ਆਮ ਆਦਮੀ ਪਾਰਟੀ ਵਾਲੇ ਬੰਦੇ ਦੇ ਧੱਕਾ ਹੋ ਰਿਹਾ ਫਿਰ ਉਹਨਾਂ ਲਈ ਤੁਸੀਂ ਖੜੋਗੇ, ਉਹਨਾਂ ਲਈ ਹਾਂ ਦਾ ਨਾਰਾ ਮਾਰੋਗੇ? ਬਿਲਕੁਲ। ਜੇ ਆਮ ਆਦਮੀ ਪਾਰਟੀ ਕਿਉਂ ਇਨਸਾਨ ਨਹੀਂ ਹੋ, ਜੇ ਕਿਸੇ ਆਮ ਆਦਮੀ ਪਾਰਟੀ ਦਾ ਧੱਕਾ ਖੜਦਾ ਸਾਹਿਬ ਕਹਿ ਰਹੇ ਨੇ ਨਾ ਮਨੀਸ਼ ਸਿਸੋਦੀਆ ਜੀ ਨਾਲ ਧੱਕਾ ਹੋ ਰਿਹਾ ਹੈ, ਮੈਂ ਕਿਹਾ ਉਹਨਾਂ ਦੇ ਨਾਲ ਖੜੇ ਹੋਵੋਗੇ? ਸਿਸੋਦੀਆ ਜੀ ਨਾਲ ਧੱਕਾ ਨਹੀਂ ਨਾ, ਇਹਨਾਂ ਦਾ 1100 ਕਰੋੜ ਦਾ ਹੁਣ ਤੱਕ ਘਪਲਾ ਵੀ ਬਾਹਰ ਆ ਗਿਆ, ਹੁਣ ਤਾਂ ਦਿਖ ਰਿਹਾ। ਜੇ ਵਾਕਈ ਸਹੀ ਹੋਣਗੇ ਖੜ ਜਾਣਗੇ, ਪਰ ਐ ਨਹੀਂ ਇਨਸਾਨੀ ਤੌਰ ਤੇ ਸਾਡਾ ਫਰਜ਼ ਬਣਦਾ ਕਿਸੇ ਨਾਲ ਕੱਢਣਾ, ਪਰ ਗਲਤ ਬੰਦੇ ਨਾਲ ਖੜਨਾ ਉਹ ਵੀ ਜਾਇਜ਼ ਨਹੀਂ ਹੈਗਾ। ਥੋੜੇ ਆਈਸ ਕਿਊਬ ਜੇ ਲੈ ਕੇ ਆਇਆ, ਮੈਂ ਕਿਹਾ ਵੀ ਇਹ ਤਲਖੀ ਬਾਲੀ ਹੋ ਰਹੀ ਹੈ। ਗੱਲ ਇਹ ਹੈ ਵੀ ਫਿਕਰਮੰਦੀ ਜਾਇਜ਼ ਹੈ। ਦੂਜੀ ਗੱਲ ਇਹ ਆ ਕਿ BJP ਯੂਨਿਟ ਬਹੁਤ ਘੱਟ ਇਹ ਗੱਲ ਕਹਿੰਦੀ ਹੈ ਕਿ ਘੱਟ ਮੰਨਦੀ ਹੈ ਬਹੁਤ ਮਸਲਿਆਂ ਦੇ ਉੱਤੇ ਵੀ ਹਾਂਜੀ ਇਦਾਂ ਇਹ ਗੱਲ ਗਲਤ ਹੈ। ਚਲੋ ਤੁਸੀਂ ਮੰਨਿਓ, ਇਸ ਲਈ ਤੁਸੀਂ ਵਧਾਈ ਦੇ ਪਾਤਰ ਹੋ, ਪਰ ਇਸ ਕਰਕੇ ਚਿੰਤਾ ਹੈ ਕਿ ਹੁਣ ਇਹ ਮੰਨਣ ਤੋਂ ਇਲਾਵਾ ਕੋਈ ਪ੍ਰੈਸ਼ਰਾਈਜ਼ ਪਾਲਿਸੀ ਵੀ ਕੋਈ ਲਿਆਂਦੀ ਜਾਵੇ ਜਿਹਦੇ ਨਾਲ ਜਿਹੜੀਆਂ ਕੇਂਦਰੀ ਇਕਾਈਆਂ ਹੁੰਦੀਆਂ ਨੇ ਕਿਸੇ ਵੀ ਧਿਰ ਦੀਆਂ, ਕਿਸੇ ਸਿਆਸੀ ਜਮਾਤ ਦੀਆਂ, ਉਹ ਆਪਣੇ ਤਰੀਕੇ ਨਾਲ ਸੋਚਦੀਆਂ ਨੇ, ਸਬਾਈ ਇਕਾਈਆਂ ਆਪਣੇ ਤਰੀਕੇ ਨਾਲ ਸੋਚਦੀਆਂ ਨੇ। ਜਿਵੇਂ ਖੁਸ਼ਹਾਲ ਜੀ ਨੇ ਕਿਹਾ ਵੋਟਾਂ ਤਾਂ ਆਫਟਰ ਆਲ ਇੱਥੋਂ ਹੀ ਲੈਣੀਆਂ ਨੇ। ਹੁਣ ਇੰਨੇ ਅਕਾਲੀ ਵੀ ਲੈ ਲਏ, ਇੰਨੇ ਕਾਂਗਰਸੀ ਵੀ ਲੈ ਲਏ, ਇੰਨੇ ਹੋਰ ਵੀ ਲੈ ਲਏ, ਜੇ ਉਦੋਂ ਬਾਵਜੂਦ ਵੀ ਆਪਾਂ ਨੂੰ ਵੋਟਾਂ ਨਾ ਪਈਆਂ ਫਿਰ ਆਪਾਂ ਉਹਨਾਂ ਦੇ ਬੋਲਾਂ ਦੇ ਉੱਤੇ ਫੁੱਲ ਚੜਾ ਕੇ ਲੈਣੇ ਕੀ ਹੈ? ਗੋਸ਼ਾ ਜੀ ਤੁਸੀਂ ਵੀ ਇਸ ਗੱਲ ਤੋਂ ਸਿਆਣੇ ਹੋ, ਹੈ ਨਾ। ਸੋ ਕਹਿਣ ਤੋਂ ਭਾਵ ਗੱਲ ਇਹ ਆ ਕਿ ਠੀਕ ਹੈ, ਤੁਹਾਡੀ ਗੱਲ ਵੱਡੀ ਹੈ, ਤੁਹਾਡੀ ਗੱਲ ਵਾਜਬ ਹੈ ਕਿ ਹੋ ਸਕਦਾ ਲੋਕ ਵੜ ਜਾਂਦੇ ਆ ਸਮੁਦਾਇਆਂ ਦੇ ਵਿੱਚ, ਪਾਰਟੀਆਂ 'ਚ, ਧਿਰਾਂ 'ਚ, ਮੁਜੱਸਮਿਆਂ ਦੇ ਵਿੱਚ, ਮਜਲਿਸਾਂ ਦੇ ਵਿੱਚ ਲੋਕ ਦਾਖਲ ਹੋ ਜਾਂਦੇ ਆ ਗਲਤ। ਔਰ ਜਿੰਨੀਆਂ ਹਿੰਸਾ ਅੱਜ ਤੱਕ ਹੋਈਆਂ ਨੇ, ਔਰ ਇਸ ਗੱਲ ਤੋਂ ਅਸੀਂ ਇਨਕਾਰੀ ਨਹੀਂ ਹੋ ਸਕਦੇ, ਉਹਨਾਂ ਦੇ ਵਿੱਚ ਗਲਤ ਅਨਸਰ ਵੜਦੇ, ਇਸ ਕਰਕੇ ਉਹ ਹਿੰਸਾ ਹੁੰਦੀ ਆ। ਪਰ ਇਸ ਗੱਲ ਤੋਂ ਵੀ ਇਨਕਾਰੀ ਨਹੀਂ ਹੋ ਸਕਦੇ, ਉਹ ਸਾਰੇ ਸਪਾਂਸਰਡ ਹੁੰਦੇ ਆ। ਸੋ ਕਹਿਣ ਤੋਂ ਭਾਵ ਇਹ ਸਪਾਂਸਰ ਵਾਲੇ ਚੀਜ਼ ਨੂੰ ਅਸੀਂ ਬਾਹਰ ਕੱਢੀਏ, ਇਹਨਾਂ ਨੂੰ ਇੱਕ ਸਵੱਲੀ ਨਜ਼ਰ ਦੇ ਨਾਲ, ਇੱਕ ਨਜ਼ਰ ਦੇ ਨਾਲ ਇਹਨਾਂ ਨੂੰ ਦੇਖੀਏ। ਬਾਕੀ ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਸਭ ਦਾ ਧੰਨਵਾਦ, ਤੁਸੀਂ ਆਏ, ਚਰਚਾ 'ਚ ਸਮਾਂ ਦਿੱਤਾ। ਸਤਿ ਸ਼੍ਰੀ ਅਕਾਲ। ਸੋ ਦੀ ਸਪੋਕਸਮੈਨ ਡਿਬੇਟ ਦੇ ਵਿੱਚ ਅੱਜ ਦੇ ਲਈ ਇੰਨਾ ਹੀ, ਪਰ ਸਵਾਲ ਬਰਕਰਾਰ ਹੈ, ਖਾਲਸਾ ਏਡ ਤੇ ਰੇਡ ਕਿਉਂ? ਭਲਕੇ ਕਿਸੇ ਹੋਰ ਵਿਸ਼ੇ ਨਾਲ ਮਿਲਾਂਗੇ, ਉਦੋਂ ਤੱਕ ਲਈ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।